ਚੱਲੂਗੀ, ਮੈਨੂੰ ਵੀ ਛੂਹੋ। ਪਰ ਪਤਾ ਨਹੀਂ ਕੀ ਹੋਇਆ, ਪਾਸਟਰ ਜੀ ਬਹੁਤ ਮੈਂ ਪਿੱਛੇ ਸੀ, ਪਾਸਟਰ ਜੀ ਸਿੱਧੇ ਮੇਰੇ ਕੋਲ ਆ ਗਏ, ਉਹਨਾਂ ਨੇ ਮੇਰੇ ਹੱਥ ਰੱਖ ਕੇ ਮੇਰੇ ਸਿਰ ਤੇ ਜਦੋਂ ਪ੍ਰੇਅਰ ਕੀਤੀ, ਉਹ ਟਾਈਮ ਮੈਂ ਦੱਸ ਨਹੀਂ ਸਕਦੀ। ਪਰਮੇਸ਼ਵਰ, ਮੈਂ ਮਤਲਬ ਪਵਿੱਤਰ ਆਤਮਾ ਦੇ ਵਿੱਚ ਇੰਨਾ ਜ਼ਿਆਦਾ ਭਰ ਚੁੱਕੀ ਸੀ, ਮੈਂ ਗਿਰ ਗਈ ਸੀ, ਔਰ ਮੈਨੂੰ ਇੰਨੇ ਦਰਸ਼ਨ ਦਿਖੇ ਪਰਮੇਸ਼ਵਰ ਦੇ, ਮੈਨੂੰ ਸਫੇਦ ਰੋਸ਼ਨੀ ਦਿਖੀ, ਮੈਂ ਦੱਸ ਨਹੀਂ ਸਕਦੀ। ਉਹ ਜਿਹੜਾ ਟਾਈਮ ਸੀਗਾ ਨਾ, ਮੇਰਾ ਪੂਰਾ ਸਰੀਰ ਸ਼ਿਵਰ ਕਰ ਰਿਹਾ ਸੀ, ਔਰ ਸੱਚਮੁੱਚ ਮੈਨੂੰ ਪਰਮੇਸ਼ਵਰ ਨੇ ਛੂ ਲਿਆ ਸੀ, ਔਰ ਉਸ ਦਿਨ ਤੋਂ ਜਿਹੜਾ ਮੇਰਾ ਜੀਵਨ ਹੈ ਨਾ, ਉਹ ਬਦਲ ਗਿਆ, ਔਰ ਸੱਚਮੁੱਚ ਮੈਂ ਆਪਣਾ ਜੀਵਨ ਪਰਮੇਸ਼ਵਰ ਨੂੰ ਦੇ ਦਿੱਤਾ। ਮੈਂ ਖੁਦ ਤੁਸੀਂ ਜਿਉਂਦੇ ਪਰਮੇਸ਼ਵਰ ਹੋ, ਤੁਹਾਡੇ ਕੋਲੋਂ ਜਦੋਂ ਵੀ ਕੁਝ ਕੋਈ ਮੰਗਦਾ, ਤੁਸੀਂ ਉਸੇ ਵਕਤ ਉਸਦੀ ਸੁਣਦੇ ਹੋ ਔਰ ਉਸਨੂੰ ਪੂਰਿਆ ਕਰਦੇ ਹੋ। ਤੇ ਮੇਰੇ ਦਿਲ ਦੇ ਵਿੱਚ ਸੀ, ਕਿਉਂਕਿ ਸਾਡਾ ਜਿਹੜਾ ਖੁਦਾ ਹੈ, ਉਹ ਸਾਡੇ ਹਿਰਦਿਆਂ ਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਵਰ ਹੈ, ਉਸਨੇ ਸਾਨੂੰ ਆਪਣੇ ਗਰਭ ਤੋਂ ਹੀ ਚੁਣ ਲਿਆ ਹੈ। ਤੇ ਮੇਰੇ ਮਨ ਦੇ ਵਿੱਚ ਸੀ ਕਿ ਮੈਂ ਪਰਮੇਸ਼ਵਰ ਵਰਸ਼ਿਪ ਕਰਾਂ, ਤੇ ਖੁਦਾ ਦੀ ਰਹਿਮਤ ਹੈ ਕਿ ਮੈਂ ਅੱਜ ਵਰਸ਼ਿਪ ਵੀ ਕਰਦੀ ਹਾਂ, ਤੇ ਖੁਦਾ ਨੇ ਮੇਰਾ ਗਾਣਾ ਵੀ ਰਿਕਾਰਡ ਹੋਇਆ, ਉਹ ਵੀ ਪਰਮੇਸ਼ਵਰ ਦੀ ਰਹਿਮਤ ਆ। ਤੇ ਮੈਂ ਹੁਣ ਵਰਸ਼ਿਪ ਲਈ ਮੈਨੂੰ ਮੰਚ ਮਿਲਿਆ, ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ। ਤੇ ਹੁਣ ਮੈਂ ਭਜਨ ਵੀ ਲਿਖਦੀ ਹਾਂ, ਇਹ ਵੀ ਖੁਦਾ ਦੀ ਰਹਿਮਤ ਹੈ, ਇਹ ਸਾਰੀ ਪਰਮੇਸ਼ਵਰ ਦੀ ਰਹਿਮਤ ਹੈ ਕਿ ਮੈਂ ਉਹਦੇ ਕੋਲੋਂ ਮੰਗਿਆ, ਮੇਰੇ ਖੁਦਾ ਨੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਦੇ ਨਾਲ ਭਰਿਆ ਆ। ਮੈਨੂੰ ਮੇਰੇ ਬਿਜ਼ਨਸ ਦੇ ਨਾਲ ਪਰਮੇਸ਼ਵਰ ਨੇ ਬਿਜ਼ਨਸ ਦਿੱਤਾ, ਮੈਨੂੰ ਰੈਡੀਮੇਡ ਗਾਰਮੈਂਟਸ ਦਾ, ਇਹ ਖੁਦਾ ਦੀ ਰਹਿਮਤ ਹੈ। ਮਤਲਬ ਬਹੁਤ ਸਾਰੇ ਕੰਮ ਖੁਦਾ ਨੇ ਮੈਨੂੰ ਬਰਕਤ ਤੇ ਬਰਕਤ ਮੇਰਾ ਖੁਦਾ ਮੈਨੂੰ ਦੇ ਰਿਹਾ ਆ। ਮੈਂ ਉਸ ਪਰਮੇਸ਼ਵਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ। ਤੇ ਜਦੋਂ ਦੀ ਮੈਂ ਖੁਦਾ ਦੇ ਵਿੱਚ ਆ, ਮੇਰੀ ਜ਼ਿੰਦਗੀ ਦੇ ਵਿੱਚ ਪ੍ਰੇਮ, ਸ਼ਾਂਤੀ ਤੇ ਆਨੰਦ ਹੈ, ਔਰ ਸੱਚਮੁੱਚ ਕਿਉਂਕਿ ਪ੍ਰਭੂ ਦੇ ਨਾਮ ਦੇ ਵਿੱਚ ਹੀ ਪ੍ਰੇਮ, ਸ਼ਾਂਤੀ ਤੇ ਆਨੰਦ ਹੈ। ਮੈਨੂੰ ਹਰ ਚੀਜ਼ਾਂ ਤੋਂ ਛੁਟਕਾਰਾ ਆ, ਰਿਹਾਈ ਆ, ਰੋਗਾਂ ਤੋਂ ਰਿਹਾਈ ਹੈ ਮੇਰੀ। ਇਸ ਪਰਮੇਸ਼ਵਰ ਨੇ ਸਾਰੇ ਮੇਰੀ ਜ਼ਿੰਦਗੀ ਦੇ ਬੰਧਨਾਂ ਨੂੰ ਤੋੜ ਦਿੱਤਾ। ਉਹ ਪਰਮੇਸ਼ਵਰ ਬਹੁਤ ਹੀ ਅੱਤ ਦਾ ਮਹਾਨ ਪਰਮੇਸ਼ਵਰ ਹੈ ਸਾਡਾ, ਤੇ ਮੈਂ ਖੁਦਾ ਦੇ ਵਿੱਚ ਮੈਂ ਬਹੁਤ ਜ਼ਿਆਦਾ ਖੁਸ਼ ਨਸੀਬ ਆ, ਕਿਉਂਕਿ ਮੇਰੇ ਪਰਮੇਸ਼ਵਰ ਨੇ ਮੈਨੂੰ ਆਪਣੀ ਭੇਡਾਂ ਦੇ ਵਿੱਚ ਸ਼ਾਮਿਲ ਕੀਤਾ। ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ। ਮੇਰੀ ਇਸ ਗਵਾਹੀ ਨਾਲ ਮੇਰੇ ਪਰਮੇਸ਼ਵਰ ਦੀ ਮਹਿਮਾ ਹੋਵੇ। ਸਾਰਿਆਂ ਨੂੰ ਜੈ ਮਸੀਹ। ਜੈ ਮਸੀਹ ਕੀ। ਨੀਤੂ ਬੇਟੇ ਖੁਦਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਹਾਂ ਨੀਤੂ ਬੇਟੀ ਵਾਸਤੇ, ਜਿਸ ਤਰ੍ਹਾਂ ਤੁਸੀਂ ਦੇਖਦੇ ਕਿ ਕਿਸ ਤਰ੍ਹਾਂ ਖੁਦਾ ਨੇ ਕੰਮ ਕੀਤਾ। ਤੇ 24 ਤਰੀਕ ਨੂੰ ਗਏ ਸੀ, ਤੁਸੀਂ ਜਾਣਦੇ 24 ਤਰੀਕ ਨੂੰ ਇੱਕ ਹੁੰਦਾ ਸਪੈਸ਼ਲ ਓਕੇਜ਼ਨ ਹੁੰਦਾ, ਕ੍ਰਿਸਮਸ ਤੋਂ ਪਹਿਲਾਂ ਕ੍ਰਿਸਮਸ ਈਵ ਹੁੰਦੀ ਆ। ਜਿਸ ਤਰ੍ਹਾਂ ਖੁਦਾ ਨੇ ਟੱਚ ਕੀਤਾ, ਤੁਸੀਂ ਦੇਖਦੇ ਹੋ ਤੁਹਾਡੇ ਸਾਹਮਣੇ ਪ੍ਰਸ਼ੰਸਾ ਕਰਦੇ ਆ, ਮਹਿਮਾ ਕਰਦੇ ਆ, ਖੁਦਾ ਦੀ ਮਹਿਮਾ ਕਰਦੇ ਤਾਂ ਖੁਦਾ ਇਸਤੇਮਾਲ ਕਰਦਾ ਪਿਆ ਆ। ਤੇ ਤੁਸੀਂ ਦੇਖਦੇ ਵੀ ਜਿੱਦਾਂ ਇਸ ਬੇਟੀ ਨੇ ਗਾਣਾ ਵੀ ਗਿਆ ਸੀ, ਐਲਬਮ ਯਿਸੂ ਦੇ ਖਜ਼ਾਨੇ। ਬਿਕਾਜ਼ ਮੈਂ ਮਾਫੀ ਚਾਹੁੰਦਾ, ਥੋੜੀ ਨੈਟ ਦੀ ਪ੍ਰੋਬਲਮ ਪੈ ਗਈ ਸੀ, ਤਾਂ ਉਹਦੇ ਵਜ੍ਹਾ ਦੇ ਨਾਲ ਬਾਕੀ ਦੇ ਜਿਹੜੇ ਜੁੜੇ ਨਹੀਂ ਹੈਗੇ। ਤਾਂ ਉਸ ਟਾਈਮ ਦੇ ਵਿੱਚ ਮੈਂ ਅਤਵਲ ਬ੍ਰਦਰ ਨਾਲ ਵੀ ਵਰਸ਼ਿਪ ਕਰਨੀ ਸੀਗੀ ਪਾਕਿਸਤਾਨ ਤੋਂ, ਕਿਉਂਕਿ ਉਹਨਾਂ ਵੀ ਮੇਰੇ ਘਰ ਨੈਟ ਦੀ ਪ੍ਰੋਬਲਮ ਪੈ ਗਈ ਹੈ ਕੋਈ। ਤਾਂ ਮੈਂ ਪ੍ਰਾਰਥਨਾ ਕਰੂੰਗਾ ਨੀਤੂ ਬੇਟੀ ਵਾਸਤੇ, ਖੁਦਾ ਵੀ ਯਿਸੂ ਮਹਾਨ ਸਰਵਸ਼ਕਤੀਮਾਨ ਪਰਮੇਸ਼ਵਰ ਸ਼ੁਕਰਗੁਜ਼ਾਰ ਤੁਹਾਡੀ ਬੇਟੀ ਵਾਸਤੇ, ਸ਼ੁਕਰਗੁਜ਼ਾਰ ਇਸ ਗਵਾਹੀ ਵਾਸਤੇ ਮਹਾਨ ਪਿਤਾ ਪਰਮੇਸ਼ਵਰ। ਖੁਦਾ ਜਦੋਂ ਅਸੀਂ ਆਪਣੀ ਗਵਾਹੀ ਦੱਸਦੇ ਆ, ਖੁਦਾ ਯਿਸੂ ਲੋਕੀ ਜਾਣਦੇ ਆ ਵੀ ਜਿਸ ਤਰ੍ਹਾਂ ਅਸੀਂ ਪਹਿਲਾਂ ਸੀ ਉਸ ਤਰ੍ਹਾਂ ਅਸੀਂ ਬਾਸ ਤਰ੍ਹਾਂ ਕਿਸ ਤਰ੍ਹਾਂ ਖੁਦਾ ਸਾਡੀ ਜ਼ਿੰਦਗੀ 'ਚ ਤਬਦੀਲੀ ਲਿਆਂਦੀ, ਚੇਂਜਿੰਗ ਲਿਆਂਦੀ ਆ। ਖੁਦਾ ਯਿਸੂ ਜੋ ਪਵਿੱਤਰ ਆਤਮਾ ਸਾਡੀ ਜ਼ਿੰਦਗੀ 'ਚ ਆਉਂਦੀ ਆ, ਸਾਡਾ ਮਸਾ, ਅਸੀਂ ਸਾਰੇ ਜਿਸਮ ਸਾਡਾ ਮਸਾ ਹੁੰਦਾ ਪਵਿੱਤਰ ਆਤਮਾ ਦੇ ਅੱਗ ਨਾਲ। ਖੁਦਾ ਯਿਸੂ ਅਸੀਂ ਅੰਧੇਰੇ ਦੇ ਵਿੱਚੋਂ ਰੋਸ਼ਨੀ ਵਿੱਚ ਆਉਂਦੇ ਆ। ਸ਼ੁਕਰਗੁਜ਼ਾਰ ਤੁਸੀਂ ਆਪਣੀ ਬੇਟੀ ਇਸਤੇਮਾਲ ਕਰਦੇ ਆ। ਖੁਦਾ ਯਿਸੂ ਮਹਾਨ ਸਰਵਸ਼ਕਤੀਮਾਨ ਪਰ ਤੁਸੀਂ ਗਿਫਟ ਦਿੱਤੀ ਆ। ਖੁਦਾ ਯਿਸੂ ਕੰਪੋਜੀਸ਼ਨ ਵਾਸਤੇ, ਗਾਣਿਆਂ ਵਾਸਤੇ, ਖੁਦਾ ਯਿਸੂ ਮਹਾਨ ਪਿਤਾ ਗਾਣੇ ਦੇ ਵਿੱਚ ਜੋ ਵੀ ਗਾਉਂਦੇ ਆ, ਮਹਾਨ ਪਿਤਾ ਪਰਮੇਸ਼ਵਰ ਤੂੰ ਹੋਰ ਮਸਾ ਕਰ, ਹੋਰ ਪਿਤਾ ਆਤਮਾ ਦੇ ਅੱਗ ਨਾਲ ਮਸਾ ਕਰ, ਆਪਣੀ ਬੇਟੀ ਨੂੰ ਹੋਰ ਇਸਤੇਮਾਲ ਕਰ ਤੁਹਾਡੇ ਜਲਾਲ ਵਾਸਤੇ ਮਹਾਨ ਸਰਵਸ਼ਕਤੀਮਾਨ ਪਰਮੇਸ਼ਵਰ। ਜੋ ਵੀ ਖੁਦਾ ਯਿਸੂ ਹੋਰ ਕੰਪੋਜੀਸ਼ਨ ਗਾਣੇ ਲਿਖਰੀ ਪਈ ਆ ਖੁਦਾ ਆਬਰਮਾ ਵਾਸਤੇ, ਖੁਦਾ ਯਿਸੂ ਉਹ ਸਫਲ ਹੋਵੇ, ਬਿਕਾਜ਼ ਤੁਹਾਡੇ ਨਾਲ ਵਿੱਚ ਹੋ ਰਿਹਾ। ਖੁਦਾ ਯਿਸੂ ਮਹਾਨ ਪਿਤਾ ਪਰਮੇਸ਼ਵਰ, ਖੁਦਾ ਯਿਸੂ ਸ਼ੁਕਰਗੁਜ਼ਾਰ ਇਸ ਬੇਟੀ ਦੀ ਗਵਾਹੀ ਵਾਸਤੇ। ਯਿਸੂ ਮਸੀਹ ਨਾਮ ਨਾਲ ਸੁਣ ਤੇ ਕਬੂਲ ਕਰ, ਆਮੀਨ। ਹਾਲੇਲੂਇਆ, glorify your name, glorify your name, glorify your name, ਹਾਲੇਲੂਇਆ। ਤਾਂ ਨੈਟ ਦੀ ਵਜ੍ਹਾ ਦੇ ਨਾਲ ਮੇਰੇ ਖਿਆਲ ਅਤਵਲ ਬ੍ਰਦਰਸ ਵੀ ਪਾਕਿਸਤਾਨ ਦੇ ਵਿੱਚ ਵੀ ਨਹੀਂ ਆ ਸਕਦੇ। ਅਸੀਂ ਥੋੜਾ ਚਿਰ ਨੀਤੂ ਬੇਟੇ ਦੇ ਗਾਣੇ ਨੂੰ ਸੁਣਾਂਗੇ, ਜਿਹੜੀ ਤੁਸੀਂ 2.6 ਕੇ ਵਿਊ ਆ ਗਏ ਈਵਨ 2 ਮਹੀਨੇ ਦੇ ਵਿੱਚ ਖੁਦਾ ਦਾ ਜਲਾਲ ਹੋਵੇ। ਅਸੀਂ 2-3 ਮਿੰਟਾਂ ਵਾਸਤੇ ਭਜਨ ਨੂੰ ਸੁਣਾਂਗੇ। ਜੀਸਸ ਮਾਈਟੀ ਨੇਮ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ।
Hallelujah. Glorify your holy name. Glorify you. Holy name. Hallelujah. Praise the Lord. Hallelujah. Praise the Lord. Hallelujah. Praise the Lord. 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 Hallelujah. खुदावन यीशु महान पिता परमेश्वर मैं प्रार्थना करता हूं खुदावन यीशु जो भी नेट की प्रॉब्लम पै गई है महान पिता परमेश्वर जो भी अथवा ब्रदर पाकिस्तान ਦੇ ਵਿੱਚ ਵੀ खुदावा जो ही नहीं कर सके ਹੋਰ ਵੀ ਭੈਣ ਭਰਾ ਨਹੀਂ ਜੋ ਕਰ ਸਕਦੇ महान पिता परमेश्वर महान पिता परमेश्वर ਅਸੀਂ ਮੀਟਿੰਗ ਨੂੰ ਕੰਟੀਨਿਊ ਰੱਖਾਂਗੇ ਤਾਂ खुदावन यीशु ਜਦੋਂ ਵੀ ਤੁਹਾਡੀ ਬੇਟੀ ਪ੍ਰਾਰਥਨਾ ਕਰੂਗੀ ਵਚਨ ਵਾਸਤੇ खुदावन यीशु ਤੁਹਾਡੀ ਖਾਸ ਬਰਕਤ ਹੋਵੇ ਅੱਜ ਵਚਨ ਉਪਰ ਯਿਸੂ ਮਸੀਹ ਨਾਮ ਨਾਲ ਸੁਣ ਤੱਕ ਬੁਕ ਆਮੇਨ मैं दरखास्त करूंगा नीतू बेटे तुसी प्रार्थना करो आज वचन वास्ते वचन शेयर करन लगा तुसी प्रार्थना करो हालेलुया हालेलुया आवाज आ रही है थोड़ी मेरी हाँ जी आ रही है बिल्कुल क्लियर आ रही है हाँ जी हाँ जी ठीक है हालेलुया 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 तारीफ 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 सर्वशक्तिमान परमेश्वर राजिਆਂ ਦੇ ਰਾਜੇ ਖੁਦਾਵੰਦ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਜੀ ਅੱਜ ਦੇ ਦਿਨ ਦੇ ਲਈ ਧੰਨਵਾਦ ਪਿਤਾ ਪਰਮੇਸ਼ਵਰ ਜੀ ਉਹ ਮੇਰੇ ਖੁਦਾ ਬਾਪ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਤੁਸੀਂ ਹੀ ਰਾਜਿਆਂ ਦੇ ਰਾਜੇ ਹੋ ਪ੍ਰਭੂਆਂ ਦੇ ਪ੍ਰਭੂ ਹੋ खुदाबंद यीशु नासरी हो मेरे प्रभु जी तुसी ही साडी जिंदगियां नु चलाने वाले परमेश्वर हो मेरे खुदा बाप यीशु नासरी जी पिता परमेश्वर प्रभु जी आज दी बंदगी नु तेरे पवित्र ते पाक हत्थां दे विच सौंप दंदी मेरे खुदा बाप जी मैं पास्टर बालकिशन बिरदी जी नु तेरे पवित्र ते पाक लहू दे विच ढकदी मेरे खुदा बाप जी पिता परमेश्वर आदा जो वचन उन्हां दे द्वारा बोलिया जावे पिता परमेश्वर ओ ना बोलन प्रभु जी तेरा पवित्र आत्मा बोले मेरे खुदा बाप जी आज दे वचन नु प्रभु जी अग दा खंभ बना के इस्तेमाल कर मेरे प्रभु जी आदा जो भी वचन होवे पिता परमेश्वर तेरे वल्लों ताया होवे मेरे खुदा बाप जी वो साडियां जिंदगियां नु बदलण वाला होवे मेरे खुदा बाप जी प्रभु जी उस वचन दे द्वारा बहुत सारे लोकां दे रोगां नु दूर होवे प्रभु जी उन्हां दे द्वारा उन्हां दे बंधन टुटण मेरे खुदा बाप जी तुसी महान परमेश्वर राजिਆਂ ਦੇ ਰਾਜੇ प्रभु जी ओ वचन साडे दिलां दे विच छेदिया जावे मेरे खुदा बाप जी ਤੁਹਾਡਾ ਧੰਨਵਾਦ ਕਰਦੀ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਕਰਦੀ ਮੇਰੇ ਪ੍ਰਭੂ ਜੀ ਅੱਜ ਦੇ ਵਚਨ ਨੂੰ ਆਪਣੇ ਪਵਿੱਤਰ ਪਾਕ ਲਹੂ ਚ ਟੱਕ ਪ੍ਰਭੂ ਯਿਸੂ ਜੀ ਪਿਤਾ ਪਰਮੇਸ਼ਵਰ ਮੈਂ ਸਾਰੀ ਮੀਟਿੰਗ ਨੂੰ ਤੇਰੇ ਹੱਥਾਂ ਦੇ ਵਿੱਚ ਸੌਂਪ ਦਿੰਦੀ ਮੇਰੇ ਖੁਦਾ ਬਾਪ ਜੀ ਯਿਸੂ ਨਾਸਰੀ ਦੇ ਨਾਂ ਦੇ ਵਿੱਚ ਮੰਗ ਲੈਣੀ ਹਾਂ ਤੇ ਪਾ ਲੈਣੀ ਹਾਂ ਆਮੇਨ 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 ਥੈਂਕ ਯੂ ਨੀਤੇ ਬੇਟੇ ਤਾਂ ਇੱਕ ਵਾਰੀ ਮੈਂ ਮਾਫੀ ਚਾਹੁੰਦਾ ਹਾਂ ਬਿਕੋਜ਼ ਨੈਟ ਦੀ ਵਜ੍ਹਾ ਦੇ ਨਾਲ ਕਾਫੀ ਭੈਣ ਭਰਾ ਪਹਿਲਾਂ ਜੁੜੇ ਹੋਏ ਸੀ ਕਿ ਤੁਹਾਨੂੰ ਪਤਾ ਨਹੀਂ ਕੋਈ ਪ੍ਰੋਬਲਮ ਪੈ ਗਈ ਆ ਐਨੀਵੇ ਅਸੀਂ ਕੰਟੀਨਿਊ ਰੱਖਾਂਗੇ ਆਪਣੀ ਮੀਟਿੰਗ ਤਾਂ ਮੈਂ पूरा विश्वास रखता है भी तुसी बरकत पाओगे तो आज का जिहड़ा टॉपिक हैगा टीचिंग ऑन डिलीवरेंस डिलीवरेंस का मतलब की है ਅਸੀਂ ਯਿਸੂ ਮਸੀਹ ਦੇ ਨਾਮ ਵਿੱਚ ਕੀ ਹੁਕਮ ਕਰਦੇ ਆ ਇੱਕ ਦੁਸ਼ਟ ਆਤਮਾ ਨੂੰ ਇੱਕ ਬਦਰੂ ਨੂੰ ਇੱਕ ਦੁਸ਼ਟ ਆਤਮਾ ਇੱਕ ਈਵਲ ਸਪਿਰਿਟ ਨੂੰ ਡਿਮੋਨਿਕ ਸਪਿਰਿਟ ਨੂੰ ਇਹਨੂੰ ਤੁਸੀਂ ਐਕਸਿਜ਼ਮ ਵੀ ਕਹਿ ਸਕਦੇ ਆ ਐਕਸਿਜ਼ਮ ਵੀ ਕਹਿ ਸਕਦੇ ਆ ਡਿਲੀਵਰੈਂਸ ਵੀ ਕਹਿ ਸਕਦੇ ਆ ਜਦੋਂ ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਮਾਂਡ ਕਰਦੇ ਹੁਕਮ ਕਰਦੇ ਆ ਇੱਕ ਦੁਸ਼ਟ ਆਤਮਾ ਨੂੰ ਸਰੀਰ ਤੋਂ ਨਿਕਲਣ ਨੂੰ ਬਾਹਰ ਤਾਂ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅੱਜ ਜਿਹੜੀ ਦੁਸ਼ਟ ਆਤਮਾ ਆਈਆਂ ਕਿੱਥੋਂ ਲੂਸੀਫਰ ਇੱਕ ਬਹੁਤ ਖੂਬਸੂਰਤ ਫਰਿਸ਼ਤਾ ਸੀ ਖੁਦਾ ਦੇ ਨਾਲ ਤਾਂ ਉਹ ਜਦੋਂ ਆਪਣੇ ਪੰਖ ਖੋਲਦਾ ਸੀ ਉਹਦੇ ਵਿੱਚ ਬਹੁਤ ਨਾਈਸ ਇੱਕ ਸਾਊਂਡ ਮਿਊਜ਼ਿਕ ਆਉਂਦਾ ਸੀ ਬੜਾ ਖੂਬਸੂਰਤ ਮਿਊਜ਼ਿਕ ਆਉਂਦਾ ਸੀ ਤਾਂ ਉਹ ਫਰਿਸ਼ਤਾ ਬਹੁਤ ਖੂਬਸੂਰਤ ਸੀ ਖੁਦਾ ਦੇ ਨਾਲ ਬਹੁਤ ਵਫਾਦਾਰ ਸੀ ਤਾਂ ਬਹੁਤ ਕਲੋਜ਼ ਸੀ ਹੈਗਾ ਤਾਂ ਫਿਰ ਉਹਦੇ ਵਿੱਚ ਕੀ ਹੋ ਗਿਆ ਉਹਦੇ ਵਿੱਚ ਕਮਾਂਡ ਆ ਗਿਆ ਉਹ ਕਹਿੰਦਾ ਮੈਂ ਖੁਦਾ ਤੋਂ ਵੱਡਾ ਹੋਣਾ ਚਾਹੁੰਦਾ ਤਾਂ ਫਿਰ ਖੁਦਾ ਨੇ ਕੀ ਕੀਤਾ ਉਹਨੂੰ ਖੁਦਾ ਕਹਿੰਦਾ ਵੀ ਤੂੰ ਮੇਰੇ ਤੋਂ ਵੱਡਾ ਨਹੀਂ ਹੋ ਸਕਦਾ ਫਿਰ ਉਹ ਅਸਮਾਨ ਤੋਂ ਉਹਨੂੰ ਥੱਲੇ ਸਿੱਟਿਆ ਜਦੋਂ ਉਹਨੂੰ ਥੱਲੇ ਸਿੱਟਿਆ ਸੀ ਉਹਨ ਕੀ ਕੀਤਾ ਜਿਹੜੇ ਬਾਕੀ ਦੇ ਫਰਿਸ਼ਤੇ ਸੀ ਉਹ ਵੀ ਨਾਲ ਆਪਣੇ ਲੈ ਲਏ ਉਹਨੂੰ ਕਹਿੰਦੇ ਆ ਫੋਲਨ ਐਂਜਲਸ ਉਹਨੂੰ ਕਹਿੰਦੇ ਦੁਸ਼ਟ ਆਤਮਾ ਡੀਮਨਸ ਜਦੋਂ ਵੀ ਉਹਨੂੰ ਅਸਮਾਨ ਤੋਂ ਥੱਲੇ ਸਿੱਟਿਆ ਗਿਆ ਨਾਲ ਹੀ ਉਹਨ ਹੋਰ ਜਿਹੜੇ ਫਰਿਸ਼ਤੇ ਹੈਗੇ ਉਹ ਨਾਲ ਹੀ ਥੱਲੇ ਲੈਂਦੇ ਇਸ ਜ਼ਮੀਨ ਦੇ ਉੱਪਰ ਤਾਂ ਉਹ ਬਣ ਗਿਆ ਫੋਲਨ ਐਂਜਲਸ ਉਹਨੂੰ ਕਹਿੰਦੇ ਦੁਸ਼ਟ ਆਤਮਾ ਡੀਮਨਸ ਤਾਂ ਜਿਹੜੇ ਡੀਮਨਸ ਆ ਦੁਸ਼ਟ ਆਤਮਾ ਹੈਗੇ ਉਹ ਕੀ ਚੀਜ਼ਾਂ ਹੈਗੀਆਂ ਉਹ ਲੋਕਾਂ ਨੂੰ ਬਰਬਾਦ ਕਰਦੇ ਆ ਡਰੱਗਸ ਦੇ ਰਾਹੀਂ ਫੀਮ ਦੇ ਨਾਲ ਚਰਚ ਦੇ ਨਾਲ ਅਡਲਟਰੀ ਦੇ ਨਾਲ ਗਲਤ ਕੰਮਾਂ ਦੇ ਨਾਲ ਔਰ ਦੁਸ਼ਟ ਆਤਮਾ ਦਾ ਕੰਮ ਹੈਗਾ ਆ
ਇੱਕ ਜ਼ਿੰਦਗੀ ਨੂੰ ਬਰਬਾਦ ਕਰਨਾ, ਉਹਨੂੰ ਨਰਕ ਵਿੱਚ ਲੈ ਕੇ ਜਾਣਾ। ਤੇ ਜਦੋਂ ਅਸੀਂ ਪਿੱਤਰ ਵਚਨ ਲਿਖਿਆ ਨਾ ਵੀ ਇੱਕ ਸਟਰੋਂਗ ਹੋਲਡ ਦਾ ਮਤਲਬ ਕੀ ਆ, ਜਦੋਂ ਇੱਕ ਰੈਸਲਰ ਕਿਸ ਨੂੰ ਫੜ ਲੈਂਦਾ ਧੌਣ ਤੋਂ, ਇੱਕ ਸਟਰੋਂਗ ਹੋਲਡ ਬਣ ਜਾਂਦਾ ਹੈਗਾ। ਇਸ ਤਰ੍ਹਾਂ ਜਦੋਂ ਅਸੀਂ ਨਸ਼ਿਆਂ ਦੇ ਵਿੱਚ, ਗਲਤ ਕੰਮਾਂ ਦੇ ਵਿੱਚ, ਸ਼ਰਾਬਾਂ ਦੇ ਵਿੱਚ, ਹੋਰ ਗਲਤ ਕੰਮਾਂ ਵਿੱਚ ਪੈਂਦੇ ਨਾ, ਉਹ ਕੀ ਹੁੰਦਾ, ਸ਼ੈਤਾਨ ਸਾਨੂੰ ਨਾ ਗਲੋਂ ਫੜ ਲੈਂਦਾ, ਸਟਰੋਂਗ ਹੋਲਡ ਹੋ ਜਾਂਦੀ ਹੈ। ਅਸੀਂ ਐਡਿਕਸ਼ਨ, ਉਹਨੂੰ ਕਹਿੰਦੇ ਐਡਿਕਸ਼ਨ ਹੋ ਜਾਂਦਾ। ਜਦੋਂ ਅਸੀਂ ਫੀਮ ਚਰਸ ਖਾਣ ਲੱਗ ਪੈਂਦੇ ਆ, ਉਹ ਕੀ ਕਰਦਾ, ਉਹ ਜਿਹੜੀ ਡਰੱਗਸ ਹੈ ਨਾ, ਇਨਸਾਨ ਨੂੰ ਐਡਿਕਟ ਕਰ ਦਿੰਦਾ। ਉਹਨੂੰ ਕਹਿੰਦੇ ਸਟਰੋਂਗ ਹੋਲਡ। ਤਾਂ ਜਿਹੜੇ ਦੁਸ਼ਟ ਆਤਮਾ, ਉਹਨਾਂ ਦਾ ਕੰਮ ਹੈਗਾ ਕਿਸ ਨੂੰ ਬਰਬਾਦ ਕਰਨਾ, ਤੇ ਉਹਨੂੰ ਨਰਕ ਵਿੱਚ ਲੈ ਕੇ ਜਾਣਾ। ਅਸੀਂ ਦੇਖਦੇ ਹੈਗੇ ਆ ਵੀ ਖੁਦਾਵੰਦ ਯਿਸੂ ਮਸੀਹ ਦੀ ਡਿਲੀਵਰੈਂਸ ਮਿਨਿਸਟਰੀ ਦੇ ਵਿੱਚ 10 ਵਾਰੀ ਲਿਖਿਆ ਖੁਦਾ ਦੇ ਵਚਨ ਦੇ ਵਿੱਚ, ਨਵੇਂ ਟੈਸਟਮੈਂਟ ਦੇ ਵਿੱਚ, ਜਦੋਂ ਖੁਦਾਵੰਦ ਯਿਸੂ ਮਸੀਹ ਸਿਨੇਗੋਗ ਦੇ ਵਿੱਚ, ਗੈਲੀਲੀ ਦੇ ਸਿਨੇਗੋਗ ਵਿੱਚ ਜਾ ਰਿਹਾ। ਸਿਨੇਗੋਗ ਦਾ ਮਤਲਬ ਆ, ਜਦੋਂ ਤੁਸੀਂ ਦੇਖਦੇ ਆ ਜਿਹੜੇ ਯਹੂਦੀ ਹੈਗੇ ਆ, ਉਹ ਹਜੇ ਵੀ ਸਿਨੇਗੋਗ ਦੇ ਵਿੱਚ ਪਰਸ਼ਾਮ ਦਾ ਗੱਲ ਮਹਿਮਾ ਕਰਦੇ ਆ, ਬਿਕਾਜ਼ ਉਹ ਨਹੀਂ ਵਿਸ਼ਵਾਸ ਕਰਦੇ ਖੁਦਾਵੰਦ ਯਿਸੂ ਮਸੀਹ ਹੈਗਾ। ਤਾਂ ਉਦੋਂ ਖੁਦਾਵੰਦ ਯਿਸੂ ਮਸੀਹ ਸਿਨੇਗੋਗ ਦੇ ਵਿੱਚ ਗਿਆ। ਤਾਂ ਇੱਥੇ ਹੈਗੀ ਆ ਮਰਕਸ ਇੰਜੀਲ ਪਹਿਲੀ ਚੈਪਟਰ ਹੋਈ 23 ਤੋਂ ਲੈ ਕੇ 25 ਤੱਕ। ਇੱਥੇ ਲਿਖਿਆ 23ਵੀਂ ਆਇਤ ਵਿੱਚ ਲਿਖਿਆ ਵੀ ਖੁਦਾਵੰਦ ਯਿਸੂ ਮਸੀਹ ਸਬਤ ਦੇ ਦਿਨ ਇੱਕ ਸਿਨੇਗੋਗ ਦੇ ਵਿੱਚ ਗਿਆ। ਤੇ ਜਦੋਂ ਉਹ ਗਿਆ, ਇੱਕ ਆਦਮੀ ਕੋ ਦੁਸ਼ਟ ਆਤਮਾ ਸੀ। ਤੇ ਦੁਸ਼ਟ ਆਤਮਾ, ਜੋ ਆਤਮਾ ਜਿਹੜੀ ਦੁਸ਼ਟ ਆਤਮਾ ਸੀ, ਉਸ ਆਦਮੀ ਚ ਬੋਲੇ ਵੀ ਤੂੰ ਮੇਰੇ ਕੋਲ ਲੈਣਾ ਕੀ ਹੈਗਾ, ਤੁਸੀਂ ਮੇਰੇ ਕੋਲ ਲੈਣਾ ਕੀ ਹੈਗਾ, ਮੈਨੂੰ ਪਤਾ ਤੂੰ ਕੌਣ ਹੈਗਾ, ਤੂੰ ਪਵਿੱਤਰ ਖੁਦਾ ਦਾ ਬੇਟਾ ਹੈਗਾ। ਤਾਂ ਖੁਦਾਵੰਦ ਯਿਸੂ ਨੇ ਕਿਹਾ ਮੈਂ ਯਿਸੂ ਮਸੀਹ ਦਾ ਹੁਕਮ ਕਰਦਾ, ਦੁਸ਼ਟ ਆਤਮਾ ਨਿਕਲ ਜਾਵੇ। ਤੁਸੀਂ ਦੇਖਦੇ ਹੈਗੇ ਆ ਵੀ ਜਦੋਂ ਆ ਬੰਦਾ ਕਹਿੰਦਾ ਨਾ ਤੁਸੀਂ ਸਾਡੇ ਕੋਲ ਲੈਣਾ ਕੀ ਆ, ਇਸ ਬੰਦੇ ਦੇ ਵਿੱਚ ਕਿੰਨੀਆਂ ਦੁਸ਼ਟ ਆਤਮਾ ਸੀ। ਇਸ ਕਰਕੇ ਜਦੋਂ ਜਿਸਮ ਦੇ ਵਿੱਚ 2000 ਤੱਕ ਦੁਸ਼ਟ ਆਤਮਾ ਹੋ ਸਕਦੀਆਂ, ਤੇ ਇਹਦੇ ਬੰਦੇ ਦੇ ਵਿੱਚ ਕਿੰਨੀਆਂ ਦੁਸ਼ਟ ਆਤਮਾ ਸੀ। ਜਦੋਂ ਖੁਦਾਵੰਦ ਯਿਸੂ ਮਸੀਹ ਨੇ ਹੁਕਮ ਕੀਤਾ ਨਾ, ਤਾਂ ਉਸੇ ਵੇਲੇ ਦੁਸ਼ਟ ਆਤਮਾ ਛੱਡ ਕੇ ਚਲੀ ਗਈ। ਤਾਂ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੌਣ ਕੁਆਲੀਫਾਈ ਕਰਦਾ ਡਿਲੀਵਰੈਂਸ ਵਾਸਤੇ, ਐਕਸਿਜ਼ਮ ਵਾਸਤੇ। ਜਿਸ ਤਰ੍ਹਾਂ ਪਹਿਲਾਂ ਦੱਸ, ਡਿਲੀਵਰੈਂਸ ਐਕਸਿਜ਼ਮ ਦਾ ਮਤਲਬ ਕੀ ਹੈ, ਟੌਪਿਕ ਦਾ ਮਤਲਬ ਕੀ ਹੈ। ਡਿਲੀਵਰੈਂਸ ਤਾਂ ਐਕਸਿਜ਼ਮ ਹੁੰਦੀ ਜਿਹੜੀ ਯਿਸੂ ਮਸੀਹ ਨਾਲ ਵਿੱਚ ਹੁਕਮ ਕਰੇ ਦੁਸ਼ਟ ਆਤਮਾ ਨੂੰ ਇੱਕ ਸਰੀਰ ਤੋਂ। ਕੌਣ, ਜਿਸ ਤਰ੍ਹਾਂ ਤੁਸੀਂ ਜਾਣਦੇ, ਇੱਕ ਤੁਸੀਂ ਜਦੋਂ ਵਕੀਲ ਬਣਨਾ ਚਾਹੁੰਦੇ ਆ, ਤੁਹਾਨੂੰ ਕਿੰਨੀ ਕੁਛ ਪੜ੍ਹਾਈ ਕਰਨੀ ਪੈਂਦੀ, BA ਲੋ ਕਰਨਾ ਪੈਂਦਾ, MA ਲੋ ਕਰਨਾ ਪੈਂਦਾ, ਤੁਹਾਨੂੰ ਐਗਜ਼ਾਮ ਕਰਨਾ ਪੈਂਦਾ ਹੈਗਾ, ਤੁਸੀਂ ਸਾਰਾ ਕੁਛ ਤੁਹਾਨੂੰ ਐਜੂਕੇਸ਼ਨ ਕਰਨਾ ਪੈਂਦਾ ਹੈਗਾ, ਉਸ ਤੋਂ ਬਾਅਦ ਤੁਸੀਂ ਜਾ ਕੇ ਪਾਸ ਹੁੰਦੇ ਹੈਗੇ ਆ। ਇਸ ਤਰ੍ਹਾਂ ਸਾਡੀ ਜ਼ਿੰਦਗੀਆਂ ਦੇ ਵਿੱਚ ਵੀ ਸਾਨੂੰ ਕੁਆਲੀਫਾਈ ਹੋਣਾ ਪੈਂਦਾ ਹੈਗਾ। ਸਭ ਤੋਂ ਪਹਿਲਾਂ ਸਾਨੂੰ ਗੁਨਾਹ ਦੀ ਤੋਬਾ ਕਰਨਾ ਪੈਂਦਾ ਹੈਗੀ ਆ। ਜਦੋਂ ਅਸੀਂ ਗੁਨਾਹ ਦੀ ਤੋਬਾ ਕਰਦੇ ਨਾ, ਪਵਿੱਤਰ ਆਤਮਾ ਸਾਡੀ ਜ਼ਿੰਦਗੀ ਵਿੱਚ ਆਉਂਦਾ। ਪਵਿੱਤਰ ਆਤਮਾ ਸਾਡੀ ਜ਼ਿੰਦਗੀ ਚ ਆਉਂਦਾ, ਸਭ ਤੋਂ ਪਹਿਲਾਂ ਕੀ ਹੁੰਦੀ ਆ, ਅਸੀਂ ਪਾਕ ਹੁੰਦੇ ਆ, ਪਵਿੱਤਰ ਹੁੰਦੇ ਆ। ਪਵਿੱਤਰ ਆਤਮਾ ਦਾ ਮਤਲਬ ਕੀ ਹੈ, ਅਸੀਂ ਪਵਿੱਤਰ ਹੁੰਦੇ। ਪਹਿਲਾਂ ਖੁਦਾ ਸਾਨੂੰ ਪਵਿੱਤਰ ਕਰਦਾ। ਅਸੀਂ ਜਦੋਂ ਗੁਨਹਗਾਰ ਹੈਗੇ ਆ, ਅਸੀਂ ਆਪਣਾ ਗੁਨਾਹ ਦਾ ਕਾਰਾ ਕਰਦੇ ਆ, ਜੋ ਵੀ ਸਾਡੀ ਗਲਤੀਆਂ ਅਸੀਂ ਪਿਛਲੀ ਜ਼ਿੰਦਗੀਆਂ ਚ ਕੀਤੀਆਂ, ਖੁਦਾ ਸਾਨੂੰ ਆਪਣੇ ਪਾਕ ਹੁੰਦੇ ਨਾਲ ਸਾਨੂੰ ਪਵਿੱਤਰ ਕਰਦਾ, ਪਵਿੱਤਰਤਾ ਕਰ ਦਿੰਦਾ ਹੈਗਾ। ਤੇ ਉਸ ਤੋਂ ਬਾਅਦ ਤੁਸੀਂ ਦੇਖਦੇ ਹੈਗੇ ਆ, ਜਦੋਂ ਅਸੀਂ ਖੁਦਾ ਦੇ ਚੇਲੇ ਬਣਨਾ ਚਾਹੁੰਦੇ ਆ, ਜਦੋਂ ਅਸੀਂ ਖੁਦਾ ਨੂੰ ਡੈਡੀਕੇਟ ਆਪਣੀ ਜ਼ਿੰਦਗੀ ਦੇਣਾ ਚਾਹੁੰਦੇ ਆ, ਉਸ ਤੋਂ ਬਾਅਦ ਸਾਡੀ ਪਾਣੀ ਦਾ ਬਪਤਿਸਮਾ ਹੁੰਦਾ। ਪਾਣੀ ਦਾ ਬਪਤਿਸਮਾ ਦਾ ਮਤਲਬ ਹੈ ਜਦੋਂ ਅਸੀਂ ਪਾਣੀ ਵਿੱਚ ਡੁਬਕੀ ਮਾਰਦੇ ਆ, ਸਾਡੀ ਪੁਰਾਣੀ ਜ਼ਿੰਦਗੀ ਦਫਨ ਹੋ ਜਾਂਦੀ ਹੈ ਉਸ ਪਾਣੀ ਦੇ ਵਿੱਚ। ਤੁਸੀਂ ਨਿਕਲਦੇ ਬਾਅਦ ਅਸੀਂ ਨਵੀਂ ਕ੍ਰੀਏਸ਼ਨ ਬਣ, ਨਵੀਂ ਸ੍ਰਿਸ਼ਟੀ ਬਣ ਜਾਂਦੇ ਆ। ਅਸੀਂ ਖੁਦਾ ਨੂੰ ਦਿਖਾਲਦੇ, ਅਸੀਂ ਖੁਦਾ ਦੇ ਡਿਸਾਈਪਲ, ਅਸੀਂ ਖੁਦਾ ਦੇ ਚੇਲੇ ਆ। ਇਸ ਕਰਕੇ ਅਸੀਂ ਪਾਣੀ ਦਾ ਬਪਤਿਸਮਾ ਲੈਂਦੇ ਹੈਗੇ ਆ, ਤਾਂ ਸਾਡੀ ਨਵੀਂ ਜ਼ਿੰਦਗੀ ਸ਼ੁਰੂਆਤ ਹੁੰਦੀ ਹੈਗੀ ਆ। ਤੇ ਉਸ ਤੋਂ ਬਾਅਦ ਕੀ ਪਵਿੱਤਰ ਬਚਨ ਲਿਖਿਆ ਹੈਗਾ, ਉਸ ਤੋਂ ਬਾਅਦ ਲਿਖਿਆ ਹੈਗਾ ਤੁਸੀਂ ਪਵਿੱਤਰ ਆਤਮਾ ਦੇ ਅਗਰ ਤੁਹਾਨੂੰ ਬਪਤਿਸਮਾ ਪਾਉਣਾ ਬਹੁਤ ਜ਼ਰੂਰੀ ਆ। ਜਿਸ ਤਰ੍ਹਾਂ ਯਹੂਨਾ ਕਹਿ ਰਿਹਾ ਸੀ ਨਾ, ਜਦੋਂ ਬਪਤਿਸਮਾ ਦੇ ਰਿਹਾ ਸੀ ਰਿਵਰ ਜੋਰਡਨ ਦੇ ਵਿੱਚ, ਉਹ ਗੁਨਾਹ ਦੀ ਤੋਬਾ ਦੀ ਬਪਤਿਸਮਾ ਕਰ ਰਿਹਾ ਸੀ ਸਾਰਿਆਂ ਲਈ। ਤੇ ਕਹਿੰਦਾ ਜਿਹੜਾ ਮੇਰੇ ਤੋਂ ਬਾਅਦ ਆਊਗਾ ਤੁਹਾਨੂੰ ਰੂਹ ਕਦਸ ਦਾ ਬਪਤਿਸਮਾ ਦਊਗਾ। ਈਵਨ ਖੁਦਾਵੰਦ ਯਿਸੂ ਮਸੀਹ ਖੁਦ ਰਿਵਰ ਜੋਰਡਨ ਦੇ ਵਿੱਚ ਬਪਤਿਸਮਾ ਲਿਆ ਜੌਨ ਦੇ ਬੈਪਟਿਸਟ ਦੇ ਕੋਲੋਂ, ਬਿਕਾਜ਼ ਜੋ ਕਲਾਮ ਲਿਖਿਆ ਉਹ ਹੋਣਾ ਪੈਣਾ ਸੀ ਪੂਰਾ। ਤੇ ਜਦੋਂ ਖੁਦਾਵੰਦ ਯਿਸੂ ਮਸੀਹ ਰਿਵਰ ਜੋਰਡਨ ਦੇ ਵਿੱਚ ਬਪਤਿਸਮਾ ਲਿਆ, ਤਾਂ ਜਿਹੜਾ ਅਸਮਾਨ ਖੁੱਲ ਗਿਆ ਸੀ। ਤਾਂ ਖੁਦਾ ਬਾਪ ਕਹਿੰਦਾ ਮੇਰਾ ਲੋਤਾ ਬੇਟਾ ਹੈਗਾ ਜਿਹਦੇ ਤੇ ਮੈਂ ਖੁਸ਼ ਆ। ਤਾਂ ਖੁਦਾਵੰਦ ਯਿਸੂ ਮਸੀਹ ਦਾ ਕਬੂਤਰ ਆ ਗਿਆ ਉਹਦੇ ਮੁੰਡੇ ਦੇ ਉੱਪਰ, ਉਹਦਾ ਮਤਲਬ ਹੈਗਾ ਪਵਿੱਤਰ ਆਤਮਾ। ਤਾਂ ਉਦੋਂ ਖੁਦਾਵੰਦ ਯਿਸੂ ਮਸੀਹ 30 ਸਾਲਾਂ ਦਾ ਸੀ ਜਦੋਂ ਉਹਦੀ ਮਿਨਿਸਟਰੀ ਸਟਾਰਟ ਹੋਈ ਹੈਗੀ ਆ। ਜਿਸ ਤਰ੍ਹਾਂ ਖੁਦਾਵੰਦ ਯਿਸੂ ਮਸੀਹ ਪਵਿੱਤਰ ਆਤਮਾ ਦੇ ਅਗਨਾ ਮਸਾ ਹੋ ਗਿਆ ਸੀ, ਉਹਦੀ ਮਿਨਿਸਟਰੀ ਸਟਾਰਟ ਹੋ ਗਈ ਸੀ, ਇਸ ਤਰ੍ਹਾਂ ਸਾਨੂੰ ਵੀ ਸੇਮ ਪ੍ਰੋਸੀਜਰ ਸਾਡੇ ਤੇ। ਉਸ ਤੋਂ ਬਾਅਦ ਜਦੋਂ ਸਾਡੇ ਤੇ ਮਸਾ ਆਉਂਦਾ, ਖੁਦਾ ਕਹਿੰਦਾ ਤੁਸੀਂ ਸਾਰੇ ਜੱਗ ਵਿੱਚ ਜਾਓ, ਮੇਰੇ ਨਾਲ ਨਾਦੀ ਕਰੋ, ਬਾਪ ਬੇਟਾ ਪਾਕ ਰੂਹ ਨਾਲ ਬਪਤਿਸਮਾ ਦਿਓ। ਇਹਨੂੰ ਕਹਿੰਦੇ ਆ ਗ੍ਰੇਟ ਕਮਿਸ਼ਨ। ਕਮਿਸ਼ਨ ਦਾ ਮਤਲਬ ਕੀ ਹੈਗਾ, ਕਮਾਂਡ। ਜਦੋਂ ਕਿਸੇ ਨੂੰ ਕੋਈ ਫੌਜ ਦੇ ਵਿੱਚ ਕਿਸੇ ਨੂੰ ਕਮਾਂਡ ਕਰਦਾ ਨਾ, ਇੱਕ ਸਰਜੈਂਟ ਮੇ ਇੱਕ ਸੋਲਜਰ ਨੂੰ ਕਮਾਂਡ ਕਰਦਾ, ਉਹਨੂੰ ਕਰਨਾ ਪੈਂਦਾ ਆ। ਇਸੇ ਤਰ੍ਹਾਂ ਖੁਦਾ ਵੀ ਯਿਸੂ ਮਸੀਹ ਨੇ ਕਿਹਾ ਸੀ, ਮੈਂ ਹੁਕਮ, ਮੇਰਾ ਨਵਾਂ ਹੁਕਮ ਹੈ, ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ। ਮੈਂ ਕਮਾਂਡ ਕਰਦਾ, ਖੁਦਾ ਵੀ ਯਿਸੂ ਮਸੀਹ ਦਾ ਕਮਾਂਡ ਆ। ਅਸੀਂ ਦੇਖਦੇ ਹਾਂ ਕਿ ਮਰਕਸ ਇੰਜੀਲ ਉਹਦੀ 16ਵਾਂ ਚੈਪਟਰ 18 ਆਇਤ ਲੈ ਕੇ ਅਸੀਂ ਦੇਖਦੇ ਆ ਜਿਹੜੀਆਂ ਨਿਸ਼ਾਨੀਆਂ ਤੁਹਾਡੇ ਵਿੱਚ ਹੋਣਗੀਆਂ ਜਦੋਂ ਅਸੀਂ ਰੂਲ ਕਦਸ ਪਾ ਲੈਂਦੇ ਆ। ਇੱਥੇ ਲਿਖਿਆ ਆ ਤੁਹਾਡੇ ਨਿਸ਼ਾਨੀਆਂ ਤੁਹਾਡੇ ਵਿੱਚ ਜਿਸਮ ਹੋਣੀਆਂ ਚਾਹੀਦੀਆਂ। ਤੁਸੀਂ
ਗੈਰ ਭਾਸ਼ਾ 'ਚ ਬੋਲੋਗੇ, ਤੁਸੀਂ ਦੁਸ਼ਟ ਆਤਮਾ ਕੱਢੋਗੇ, ਤੁਸੀਂ ਜ਼ਹਿਰ ਵੀ ਪੀਓਗੇ ਨਾ, ਤੁਹਾਨੂੰ ਕੁਝ ਵੀ ਨਹੀਂ ਹੋਊਗਾ। ਜਿਹੜਾ ਬਿਰਤ ਆਤਮਾ ਅੱਗ ਦੇ ਮਸਾ ਤੇ ਨਿਸ਼ਾਨੀਆਂ ਕੀ ਹੈਗੀਆਂ, ਤੁਸੀਂ ਮੇਰੇ ਨਾਂ ਦੇ ਵਿੱਚ ਦੁਸ਼ਟ ਆਤਮਾ ਕੱਢੋਗੇ, ਤੁਸੀਂ ਗੈਰ ਭਾਸ਼ਾ ਬੋਲੋਗੇ, ਉਸ ਤੋਂ ਬਾਅਦ ਤੁਸੀਂ ਜ਼ਹਿਰ ਵੀ ਪੀਓਗੇ, ਤੁਹਾਨੂੰ ਕੁਝ ਵੀ ਨਹੀਂ ਹੋਗਾ। ਆਪ ਪਿੱਤਰ ਆਤਮਾ ਦੀ ਨਿਸ਼ਾਨੀਆਂ ਤਾਂ ਸਭ ਤੋਂ ਪਹਿਲਾਂ ਕੀ ਹੈਗੀ ਆ, ਖੁਦਾ ਯਿਸੂ ਮਸੀਹ ਤੁਸੀਂ ਦੁਸ਼ਟ ਆਤਮਾ ਕੱਢੋ ਮੇਰੇ ਨਾਂ ਦੇ ਵਿੱਚ, ਤੁਹਾਡੇ ਸਟ੍ਰੇਟ ਵੇ ਤੁਹਾਡੀ ਡਿਲੀਵਰੈਂਸ ਮਿਲਣੀ ਤੁਹਾਨੂੰ ਮਿਲ ਜਾਂਦੀ ਹੈਗੀ ਹੈ। ਜਦੋਂ ਖੁਦਾ ਤੁਹਾਨੂੰ ਪਾਕ ਕਰਦਾ, ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ ਨਾ, ਪਵਿੱਤਰ ਆਤਮਾ ਆਉਂਦਾ, ਸਭ ਤੋਂ ਪਹਿਲਾਂ ਸਾਨੂੰ ਪਾਕ ਕਰਦਾ, ਸਾਡੇ ਸਾਰੇ ਗੁਨਾਹ ਮਾਫ ਕਰਦਾ, ਫਿਰ ਅਸੀਂ ਨਵੀਂ ਜ਼ਿੰਦਗੀ ਪਾਉਂਦੇ ਆ। ਤੇ ਉਸ ਤੋਂ ਬਾਅਦ ਅਸੀਂ ਖੁਦਾ ਸਾਨੂੰ ਮਸਾ ਕਰਦਾ ਪਿੱਤਰ ਆਤਮਾ ਦੇ ਅੱਗ ਨਾਲ। ਫਿਰ ਜਦੋਂ ਅਸੀਂ ਖੁਦਾ ਦੇ ਹੁਕਮਾਂ ਦੇ ਨਾਲ ਪਾਲਣ ਨਾਲ ਚੱਲਦੇ ਆ, ਅਸੀਂ ਖੁਦਾ ਨਾਲ ਬਹਿੰਦੇ ਆ, ਉੱਠਦੇ ਬੈਠਦੇ ਆ, ਟਾਈਮ ਸਪੈਂਡ ਕਰਦੇ ਪ੍ਰਾਰਥਨਾ ਦੇ ਵਿੱਚ, ਤਾਂ ਮਗਨ ਹੋ ਰਹਿੰਦੇ ਆ। ਉਸ ਤੋਂ ਬਾਅਦ ਅਸੀਂ ਤਿਆਰ ਆ ਖੁਦਾ ਦੀ ਡਿਲੀਵਰੈਂਸ ਵਾਸਤੇ, ਲੋਕਾਂ ਦੇ ਹੱਥ ਰੱਖਣ ਵਾਸਤੇ। ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਦੋਂ ਰਸੂਲਾਂ ਦੀ ਕਿਤਾਬ 19 ਚੈਪਟਰ ਦੇ ਵਿੱਚ ਔਰ 13 ਤੋਂ ਲੈ ਕੇ 16 ਤੱਕ, ਮੈਂ ਇਸ ਕਰਕੇ ਤੁਹਾਨੂੰ ਦੱਸ ਰਿਹਾ ਹਾਂ, ਮੈਂ ਕਿਸੇ ਨੂੰ ਐਡਵਾਈਸ ਨਹੀਂ ਕਰੂੰਗਾ ਵੀ ਤੁਸੀਂ ਦੁਸ਼ਟ ਆਤਮਾ ਵਾਸਤੇ ਪ੍ਰਾਰਥਨਾ ਕਰੋ। ਜੇ ਤੁਸੀਂ ਤੋਬਾ ਨਹੀਂ ਕੀਤੀ, ਪਾਣੀ ਦਾ ਬਪਤਿਸਮਾ ਨਹੀਂ ਲਿਆ, ਤੁਸੀਂ ਪਿੱਤਰ ਆਤਮਾ ਦੇ ਅੱਗ ਨਾਲ ਮਗਨ ਨਹੀਂ ਹੋਏਗੇ, ਮੈਂ ਤੁਹਾਨੂੰ ਰეკਮੈਂਡ ਕਰਦਾ ਤੁਸੀਂ ਨਾ ਇਦਾਂ ਦਾ ਕੰਮ ਕਰੋ। ਕਿਉਂ? ਬਿਕਾਜ਼ ਜੋ ਮੈਂ ਕਹਿੰਦਾ ਹਰ ਚੀਜ਼ ਕਲਾਮ ਦੇ ਨਾਲ ਮੈਂ ਬੈਕ ਕਰਦਾ। ਰਸੂਲਾਂ ਦੀ ਕਿਤਾਬ 19 ਚੈਪਟਰ 13 ਤੋਂ ਲੈ ਕੇ 16 ਆਇਤ ਤੱਕ, 13 ਆਇਤ ਤੋਂ ਲੈ ਕੇ 16 ਆਇਤ ਤੱਕ, ਇੱਕ 7 ਮੁੰਡੇ ਸੀ ਹੈਗੇ ਸਕੀਵਾ ਦੇ ਇੱਕ ਜੂਇਸ਼ ਪ੍ਰੀਸਟ ਸੀ ਹੈਗਾ ਸੀ। ਰਸੂਲਾਂ ਦੀ ਕਿਤਾਬ ਦੇਖਦੇ ਆ, ਉਹਦੇ ਕੋਲ 7 ਬੇਟੇ ਹੈਗੇ ਸੀ। ਉਹ ਦੇਖਦੇ ਹੈਗੇ ਆ ਕਿ ਪਲੂਸ ਤੇ ਸਾਰੇ ਜਿਹੜੇ ਸੋਲ ਪਲੂਸ ਆ, ਸਾਰੇ ਦੁਸ਼ਟ ਆਤਮਾ ਕੱਢ ਯਿਸੂ ਮਸੀਹ ਨਾਂ ਦੇ ਵਿੱਚ। ਤਾਂ ਉਹ ਕਹਿੰਦੇ ਆ ਵੀ ਅਸੀਂ ਵੀ ਇਹ ਕੰਮ ਕਰ ਸਕਦੇ ਆ, ਬਿਕਾਜ਼ ਉਹ ਵੀ ਕਰਦੇ ਹੈਗੇ ਆ, ਅਸੀਂ ਕਿਉਂ ਨਾ ਕਰੀਏ। ਤਾਂ ਜਦੋਂ ਉਹਨਾਂ ਟਰਾਈ ਕੀਤੀ ਨਾ ਦੁਸ਼ਟ ਆਤਮਾ ਵਾਸਤੇ ਪ੍ਰਾਰਥਨਾ ਕਰਨ ਲਈ, ਤਾਂ ਕੀ ਹੋਇਆ, ਉਹ ਜਿਹੜੀ ਦੁਸ਼ਟ ਆਤਮਾ ਨਾ, ਉਹ ਕੀ ਕਹਿੰਦੀਆਂ ਵੀ ਅਸੀਂ ਪਲੂਸ ਨੂੰ ਤਾਂ ਜਾਣਦੇ ਆ ਵੀ ਤੁਸੀਂ ਕੌਣ ਹੁੰਦੇ ਆ। ਮੇਰਾ ਮਤਲਬ ਕਹਿੰਦਾ ਜਿਹੜੇ ਦੁਸ਼ਟ ਆਤਮਾ ਨਾ, ਉਹਨਾਂ ਨੂੰ ਪਛਾਣ ਲੈਂਦੇ ਆ, ਦੁਸ਼ਟ ਆਤਮਾ ਪਛਾਣ ਲੈਂਦੇ ਆ ਜਿਹੜਾ ਅੱਗ ਦੇ ਵਿੱਚ ਮਗਨ ਹੈਗਾ ਜਾਂ ਨਹੀਂ, ਪਵਿੱਤਰ ਆਤਮਾ ਦੇ ਬਪਤਿਸਮਾ ਪਾਇਆ ਜਾਂ ਨਹੀਂ, ਉਹ ਖੁਦਾ ਦਾ ਬੇਟਾ ਬੇਟੀ ਨਹੀਂ ਹੈਗਾ ਜਾਂ ਨਹੀਂ। ਤੇ ਇਸ ਤਰ੍ਹਾਂ ਦੁਸ਼ਟ ਆਤਮਾ ਨੇ ਰੈਕਗਨਾਈਜ਼ ਕਰ ਲਿਆ ਵੀ ਇਹਨਾਂ ਕੋਲ ਪਵਿੱਤਰ ਆਤਮਾ ਨਹੀਂ ਹੈਗੀ, ਇਹਨਾਂ ਤੱਕ ਖੁਦਾ ਵੀ ਯਿਸੂ ਮਸੀਹ ਜ਼ਿੰਦਗੀ ਮਿਲਤੀ ਹੈਗੀ। ਜਿਹੜੇ ਯਹੂਦੀ ਆ ਉਹ ਨਹੀਂ ਵਿਸ਼ਵਾਸ ਕਰੀ ਯਿਸੂ ਮਸੀਹ ਤੇ, ਤੁਸੀਂ ਜਾਣਦੇ ਆ, ਬਿਕਾਜ਼ ਉਹ ਆਪਣੇ ਮਸਾਇਆ ਨੂੰ ਵੇਟ ਕਰਦੇ ਪਏ ਹੈਗੇ ਆ। ਹੁਣ ਵੀ ਉਦੋਂ ਵੀ ਇਹ ਹਾਲ ਸੀ, 2001 ਸਾਲ ਪਹਿਲਾਂ, ਅੱਜ ਵੀ ਉਹ ਹਾਲ ਹੈਗਾ। ਉਹ ਯਿਸੂ ਮਸੀਹ ਨੂੰ ਇੱਕ ਨਹੀਂ ਐਕਸੈਪਟ ਕਰਦੇ ਮਸਾਇਆ ਨੂੰ, ਉਹ ਐਕਸੈਪਟ ਕਰਦੇ ਐਜ਼ ਅ ਪ੍ਰੋਫਿਟ। ਜਿਸ ਤਰ੍ਹਾਂ ਮੁਸਲਮਾਨ ਐਕਸੈਪਟ ਕਰਦੇ ਐਜ਼ ਅ ਪ੍ਰੋਫਿਟ, ਉਸ ਤਰ੍ਹਾਂ ਉਹ ਐਕਸੈਪਟ ਕਰਦੇ। ਕੀ ਹੋਇਆ ਸੀ ਜਦੋਂ ਉਹਨਾਂ ਪ੍ਰਾਰਥਨਾ ਕੀਤੀ ਆ, ਕੀ ਹੋਇਆ, ਦੁਸ਼ਟ ਆਤਮਾ, ਇੱਥੇ ਲਿਖਿਆ ਦੁਸ਼ਟ ਆਤਮਾ ਉਹਨਾਂ ਨੂੰ ਕੁੱਟ ਕੇ, ਉਹਨਾਂ ਨੂੰ ਨੰਗਾ ਕਰਕੇ, ਤੁਹਾਨੂੰ ਜ਼ਖਮੀ ਕਰਕੇ ਬਾਹਰ ਸਿੱਟਿਆ। ਦੇਖੋ ਮੈਂ ਇਸ ਕਰਕੇ ਦੱਸ ਰਿਹਾ ਹਾਂ, ਕੋਈ ਲੋਕ ਕਹਿੰਦੇ ਨਾ ਵੀ ਨਹੀਂ ਮੈਂ ਕਾਫੀ, ਤੁਸੀਂ ਬਿਲੀਵ ਕਰੋ ਮੈਂ ਕਾਫੀ ਕੇਸ ਦੇਖੇ ਹੈਗੇ ਆ, ਜਿਹੜੇ ਮੈਨੂੰ ਟੈਲੀਫੋਨ ਕਾਫੀ ਰੈਗੂਲਰ ਆਉਂਦੇ ਆ, ਅਸੀਂ ਉੱਥੇ ਗਏ ਸੀ ਪ੍ਰਾਰਥਨਾ ਕਰਨ ਦੇ, ਤੇ ਇਸ ਤਰ੍ਹਾਂ ਸਾਡੇ ਤੋਂ ਹੋ ਗਿਆ, ਇਸ ਤਰ੍ਹਾਂ ਹੋ ਗਿਆ। ਕਿਉਂ? ਬਿਕਾਜ਼ ਵਚਨ ਤੁਹਾਨੂੰ ਸਿਖਾਉਂਦਾ ਜਦੋਂ ਤੱਕ ਤੁਸੀਂ ਪਿੱਤਰ ਆਤਮਾ ਦੇ ਅੱਗ ਨਾਲ ਮਗਨ ਨਹੀਂ ਨਾ ਹੁੰਦੇ, ਖੁਦਾ ਦੀ ਹਜ਼ੂਰੀ ਵਿੱਚ ਮਹਿਮਾ ਚ ਨਹੀਂ ਬਹਿੰਦੇ, ਦੁਸ਼ਟ ਆਤਮਾ ਵਾਸਤੇ ਨਹੀਂ ਪ੍ਰਾਰਥਨਾ ਕਰਨੀ ਹੈਗੀ। ਜਿਸ ਤਰ੍ਹਾਂ ਤੁਸੀਂ ਦੇਖਦੇ ਆ 7 ਬੇਟੇ ਜਿਹੜੇ ਸਕੀਵਾ ਦੇ ਬੇਟੇ ਹੈਗੇ ਸੀ, ਕੀ ਉਹਨਾਂ ਨੂੰ ਹੋਇਆ ਸੀ, ਦੁਸ਼ਟ ਆਤਮਾ ਨੇ ਉਹਨੂੰ ਕੁੱਟ ਕੇ ਮਾਰ ਕੇ ਜ਼ਖਮੀ ਕਰਕੇ ਬਾਹਰ ਸਿੱਟ ਦਿੱਤਾ। ਦੂਸਰੀ ਗੱਲ ਹੈਗੀ ਆ, ਜੋ ਤੁਸੀਂ ਕਿਸ ਲਈ ਦੁਸ਼ਟ ਆਤਮਾ ਵਾਸਤੇ ਪ੍ਰਾਰਥਨਾ ਕਰਨੀ ਹੈਗੀ ਆ, ਸਾਨੂੰ ਉਹਨਾਂ ਨੂੰ ਇੱਕ ਪ੍ਰੋਸੀਜਰ ਹੁੰਦਾ, ਇੱਕ ਸਾਨੂੰ ਉਹਨਾਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਆ। ਕਿਉਂ ਸਮਝਾਉਣਾ ਜ਼ਰੂਰੀ ਆ? ਬਿਕਾਜ਼ ਤੁਸੀਂ ਇੱਕ ਨੌਨ ਕ੍ਰਿਸਚਨਾਂ ਵਾਸਤੇ ਪ੍ਰਾਰਥਨਾ ਕਰਨ ਲੱਪੋਗੇ, ਤੁਸੀਂ ਯਕਦਮ ਗੈਰ ਭਾਸ਼ਾ ਬੋਲਣ ਲੱਪੋਗੇ, ਤਾਂ ਉਹਨਾਂ ਨੂੰ ਸਟੇਟ ਵਿੱਚ ਕਨਫਿਊਜ਼ ਹੋ ਜਾਣਾ। ਉਹਨਾਂ ਕਹਿਣਾ ਵੀ ਆਹ ਬੋਲਬੜੋ ਕੀ ਕਰ ਲੱਪਿਆ, ਕੀ ਕਰ ਲੱਪਿਆ, ਕੀ ਬੋਲ ਰਿਹਾ ਗਿਆ। ਮੇਰਾ ਮਤਲਬ ਕਹਿੰਦਾ ਵੀ ਜਿਹੜਾ ਸ਼ੱਕ ਦਾ ਡਰ ਹੈ ਨਾ, ਸ਼ੈਤਾਨ ਸਾਨੂੰ ਏਦਾਂ ਹੀ ਹੈ ਨਾ, ਸਾਨੂੰ ਅਟੈਕ ਕਰ ਸਕਦਾ ਸਟੇਟ ਵੇ। ਉਹਨਾਂ ਦੇ ਮਨ 'ਚ ਹੈਗਾ ਸ਼ੱਕ, ਜਦੋਂ ਉਹ ਸ਼ੱਕ ਆ ਜਾਂਦਾ ਨਾ, ਉਹ ਜਿਹੜੀ ਪ੍ਰਾਰਥਨਾ ਇਫੈਕਟਿਵ ਨਹੀਂ ਹੁੰਦੀ, ਉਹ ਪ੍ਰਾਰਥਨਾ ਫਿਰ ਕਬੂਲ ਨਹੀਂ ਹੁੰਦੀ ਹੈਗੀ। ਤਾਂ ਸਾਨੂੰ ਬਹੁਤ ਜ਼ਰੂਰੀ ਆ ਅਸੀਂ ਉਹਨਾਂ ਨੂੰ ਪ੍ਰੋਸੀਜਰ ਐਕਸਪਲੇਨ ਕਰੀਏ। ਤਾਂ ਜਦੋਂ ਅਸੀਂ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਜਦੋਂ ਅਸੀਂ ਗੈਰ ਭਾਸ਼ਾ ਬੋਲਦੇ ਆ, ਖੁਦਾ ਦਾ ਆਤਮਾ ਆ, ਖੁਦਾ ਦਾ ਮਸਾ ਆ, ਤੁਸੀਂ ਆ ਨਾ ਸੋਚਿਓ ਵੀ ਤੁਸੀਂ ਹੋਰ ਕੁਝ ਹੀ ਬੋਲ ਰਿਹਾ। ਬਿਕਾਜ਼ ਜਦੋਂ ਅਸੀਂ ਐਕਸਪਲੇਨ ਕਰਾਂਗੇ ਨਾ, ਤਾਂ ਉਹਨਾਂ ਦਾ ਜਿਹੜਾ ਸ਼ੱਕ ਦਾ ਡਰ ਹੈ ਨਾ, ਉਹ ਦੂਰ ਚਲ ਜਾਊਗਾ। ਉਹਨੂੰ ਐਕਸਪਲੇਨ ਕਰਾਂਗੇ, ਅਸੀਂ ਉਹਨਾਂ ਨੂੰ ਕਹਿਣਾ ਅਸੀਂ ਯਿਸੂ ਮਸੀਹ ਨੂੰ ਹੁਕਮ ਕਰਨਾ ਦੁਸ਼ਟ ਆਤਮਾ ਨੂੰ, ਬਿਕਾਜ਼ ਅਸੀਂ ਯਕਦਮ ਹੀ ਦੁਸ਼ਟ ਆਤਮਾ ਨੂੰ ਹੁਕਮ ਕਰ ਲੱਪਾਂਗੇ ਯਿਸੂ ਨਾਲ, ਉਹਨਾਂ ਨੂੰ ਮਨ ਵਿੱਚ ਆਉਣਾ ਹੈਗਾ ਵੀ ਆ ਕਿਹਨੂੰ ਹੁਕਮ ਕਰਦੇ ਪਏ ਹੈਗੇ ਆ। ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਅੱਜ ਤੋਂ ਕਿੰਨੇ ਸਾਲ ਪਹਿਲਾਂ ਮੈਂ ਆਪਣੇ ਮੰਮਾ ਵਾਸਤੇ ਪ੍ਰਾਰਥਨਾ ਕਰਨ ਚਲ ਗਿਆ ਸੀ। ਤਾਂ ਐਨੀਵੇ ਉੱਥੇ ਨੈਕਸਟ ਇੱਕ ਹੈਗੇ ਸੀ, ਕੋਈ ਸਿਸਟਰ ਤੋਂ ਨਾਲ ਬੇਟੀ ਸੀ ਹੈਗੀ, ਤਾਂ ਉਹ ਖੁਦਾ ਯਿਸੂ ਮਸੀਹ ਨਹੀਂ ਜਾਣਦੇ ਹੈਗੇ। ਤਾਂ ਮੈਂ ਪ੍ਰਾਰਥਨਾ ਕਰਨ ਤੋਂ ਪਹਿਲਾਂ ਆਪਣੀ ਮੰਮ ਲਈ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਮਾਈਂਡ ਤਾਂ ਨਹੀਂ ਕਰਦੇ ਮੈਂ ਪ੍ਰਾਰਥਨਾ ਕਰਨ ਲੱਗਾ ਹੈਗਾ? ਤੇ ਕਹਿੰਦੇ ਨਹੀਂ ਤੁਸੀਂ ਕਰੋ ਪ੍ਰਾਰਥਨਾ, ਬਿਕਾਜ਼ ਤੁਸੀਂ ਟੈਲੀਵਿਜ਼ਨ ਤੇ ਮਿਨਿਸਟਰੀ ਕਰਦੇ, ਤੁਹਾਨੂੰ ਦੇਖਦੇ ਹੁੰਦੇ ਸੁਣਦੇ ਆ। ਤਾਂ ਪਤਾ ਨਹੀਂ ਖੁਦਾ ਮੈਨੂੰ
ਮੈਨੂੰ ਖੁਦ ਪਵਿੱਤਰ ਆਤਮਾ ਨੇ ਮੈਨੂੰ ਦੱਸਿਆ ਵੀ ਇਹਨਾਂ ਨੂੰ ਐਕਸਪਲੇਨ ਕਰ ਵੀ ਕੀ ਗੱਲਬਾਤ ਹੈਗੀ ਆ ਪਵਿੱਤਰ ਆਤਮਾ ਦੇ ਭਾਸ਼ਾ ਵਿੱਚ ਬੋਲਣ ਦੀ, ਗੈਰ ਭਾਸ਼ਾ ਬੋਲਣ ਦੀ ਤੇ ਹੁਕਮ ਕਰਦੇ ਆ। ਉਹਨਾਂ ਨੂੰ ਐਕਸਪਲੇਨ ਕੀਤਾ, ਮੈਂ ਕਿ ਮੈਂ ਪ੍ਰਾਰਥਨਾ ਕਰਨ ਲੱਗਾ ਹੈਗਾ ਤੇ ਜਦੋਂ ਮੈਂ ਡਿਫਰੈਂਟ ਗੈਰ ਭਾਸ਼ਾ ਬੋਲੂੰਗਾ, ਆ ਹੈਗੀ ਪਵਿੱਤਰ ਆਤਮਾ ਦਾ ਅੱਗ ਦਾ ਮਸਾ, ਤੇ ਇਹਨੂੰ ਕਹਿੰਦੇ ਆ ਨਿਊ ਟੰਗਸ, ਗੈਰ ਭਾਸ਼ਾ ਵਿੱਚ। ਆ ਖੁਦਾ ਦੇ ਨਾਲ ਮੇਰਾ ਲਿੰਕ ਹੈਗਾ। ਅਕਸਰ ਖੁਦਾ ਤਾਂ ਅਸੀਂ ਮੈਂ ਜਾਣਦੇ ਹੈਗੇ ਆ ਅਸੀਂ ਕੀ ਕਹਿ ਰਹੇ ਇੱਕ ਦੂਜੇ ਨੂੰ। ਜਦੋਂ ਅਸੀਂ ਹੁਕਮ ਕਰਦੇ ਆ, ਅਸੀਂ ਇਸ ਤਰ੍ਹਾਂ ਹੁਕਮ ਕਰਦੇ ਵੀ ਦੁਸ਼ਟ ਆਤਮਾ ਨੂੰ ਹੁਕਮ ਕਰਦੇ ਬਾਹਰ ਨਿਕਲ, ਤਾਂ ਪਤਾ ਨਹੀਂ ਮੈਂ ਕਿਉਂ ਦੱਸ ਰਿਹਾ ਸੀ ਇਹਨਾਂ ਨੂੰ, ਬਟ ਖੁਦਾ ਬਿਹਤਰ ਜਾਣਦਾ ਵੀ ਜਦੋਂ ਖੁਦਾ ਸਾਨੂੰ ਇੰਸਟਰਕਸ਼ਨ ਦਿੰਦਾ ਨਾ, ਸਾਨੂੰ ਉਹ ਫੋਲੋ ਕਰਨਾ ਪੈਂਦਾ। ਜਦੋਂ ਅਸੀਂ ਫੋਲੋ ਕਰਦੇ ਆ ਫਿਰ ਕੰਮ ਹੁੰਦੇ ਆ। ਜਿਸ ਤਰ੍ਹਾਂ ਤੁਸੀਂ ਜਾਣਦੇ ਹੈਗੇ ਵੀ ਮੇਰੀ ਮਿਨਿਸਟਰੀ ਪ੍ਰੋਫੈਟਿਕ ਮਿਨਿਸਟਰੀ ਹੈਗੀ ਆ। ਜਦੋਂ ਮੈਂ ਪ੍ਰੋਫੈਸੀ ਕਰਦਾ ਹੈਗਾ, ਜਦੋਂ ਲੋਕੀ ਆਪਣੀ ਜ਼ਿੰਦਗੀ ਵਿੱਚ ਰਿਸੀਵ ਕਰਦੇ, ਫਿਰ ਖੁਦਾ ਉਹਨਾਂ ਨੂੰ ਬਰਕਤ ਦਿੰਦਾ, ਬਿਕਾਜ਼ ਖੁਦਾ ਦੀ ਆਵਾਜ਼ ਉਹ ਮੇਰੀ ਆਵਾਜ਼ ਨਹੀਂ ਹੈਗੀ, ਖੁਦਾ ਮੇਰੇ ਥਰੂ ਗੱਲਬਾਤ ਕਰਦਾ। ਤੇ ਇਸੇ ਤਰ੍ਹਾਂ ਮੈਂ ਉੱਥੇ ਦੱਸਣ ਲੱਗ ਪਿਆ ਵੀ ਏਦਾਂ ਦਾ ਜਦੋਂ ਅਸੀਂ ਪ੍ਰਾਰਥਨਾ ਕਰਦੇ ਆ, ਤੁਸੀਂ ਗੈਰ ਭਾਸ਼ਾ 'ਚ ਬੋਲਦੇ ਹੋ, ਖੁਦਾ ਦਾ ਆਤਮਾ ਹੈ। ਜਦੋਂ ਤੁਸੀਂ ਕਮਾਂਡ ਕਰਦੇ, ਹੁਕਮ ਕਰਦੇ, ਦੁਸ਼ਟ ਆਤਮਾ ਨੂੰ ਚਲ ਜਾਂਦੇ ਸਰੀਰ ਚੋਂ। ਤੇ ਉਸੇ ਤਰ੍ਹਾਂ ਮੈਂ ਪ੍ਰਾਰਥਨਾ ਕਰਨ ਲੱਗਿਆ, ਆਪਣੀ ਮੰਮਾ ਸੇ ਤੱਕੀ ਹੋਣ ਲੱਗ ਪਿਆ। ਉਹ ਜਿਹੜੀ ਬੇਟੀ ਸੀ ਉਹ ਖਿਲਣ ਲੱਗ ਪਈ, ਮੈਨੀਫੈਸਟ ਹੋਣ ਲੱਗ ਪਈ। ਮੇਰਾ ਮਾਪਾ ਕਹਿੰਦਾ ਉਹ ਜਿਸਮ ਵਿੱਚ ਦੁਸ਼ਟ ਆਤਮਾ ਕੰਮ ਕਰਨ ਲੱਗ ਪਈਆਂ। ਤਾਂ ਕੀ ਹੋਇਆ, ਉਹਨੂੰ ਡਿਲੀਵਰੈਂਸ ਪਾ ਲਈ। ਉਹ ਦੁਸ਼ਟ ਆਤਮਾ ਨੂੰ ਸਰੀਰ ਤੋਂ ਛੱਡ ਕੇ ਦੂਰ ਚਲੇ ਗਏ। ਕਿਉਂ ਚਲੇ ਗਏ? ਬਿਕਾਜ਼ ਮੈਂ ਉਹਨੂੰ ਸਮਝਾਇਆ ਸੀ, ਬਿਕਾਜ਼ ਮੈਂ ਇੰਸਟਰਕਸ਼ਨ ਖੁਦਾ ਦੇ ਫੋਲੋ ਕੀਤਾ ਸੀ। ਜੇ ਮੈਂ ਨਾ ਕਰਦਾ ਤਾਂ ਕੀ ਹੋਣਾ ਸੀ? ਉੱਥੇ ਉਹਦੇ ਮਨ ਵਿੱਚ ਹੋਣਾ ਸੀ ਆ ਕੀ ਬੁਰਾ ਕੀ ਕਰਨ ਡਿਆ, ਕੀ ਹੁਕਮ ਕਰਨ ਡਿਆ। ਸ਼ੱਕ ਆ ਗਿਆ ਤਾਂ ਨਹੀਂ ਪ੍ਰਾਰਥਨਾ ਹੋਣੀ ਸੀ ਕੰਪਲੀਟ। ਤਾਂ ਖੁਦਾ ਦਾ ਸ਼ੁਕਰਗੁਜ਼ਾਰ ਹੈ ਜੋ ਤੁਸੀਂ ਜਦੋਂ ਪ੍ਰਾਰਥਨਾ ਕਰਨੀ ਹੈ ਡਿਲੀਵਰੈਂਸ ਵਾਸਤੇ, ਤੁਹਾਨੂੰ ਐਕਸਪਲੇਨ ਕਰਨਾ ਬਹੁਤ ਜ਼ਰੂਰੀ ਆ ਵੀ ਇਸ ਤਰ੍ਹਾਂ ਅਸੀਂ ਕਰਨਾ ਹੈਗਾ। ਜੇ ਨਹੀਂ ਤਾਂ ਉਹਨਾਂ ਦੇ ਵਿੱਚ ਸ਼ੱਕ ਆ ਜਾਣਾ, ਤਾਂ ਤੁਹਾਡੀ ਪ੍ਰੇ ਇਫੈਕਟਿਵ ਨਹੀਂ ਹੋਣੀ। ਪਵਿੱਤਰ ਵਚਨ 'ਚ ਲਿਖਿਆ ਯਾਕੂਬ ਦੀ ਕਿਤਾਬ ਦੇ ਵਿੱਚ, ਇੱਕ ਸ਼ੱਕ ਇੱਕ ਸਮੁੰਦਰ ਦੀ ਲਹਿਰ ਵਾਂਗੂ ਆ। ਇੱਕ ਸਮੁੰਦਰ ਲਹਿਰ ਵਾਂਗੂ ਤੁਹਾਡੀ ਪ੍ਰਾਰਥਨਾ ਨਹੀਂ ਇਫੈਕਟਿਵ ਹੋਣੀ, ਨਹੀਂ ਸੁਣੀ ਹੋਈ ਜਾਣੀ। ਬਿਕਾਜ਼ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ, ਜਿਹੜਾ ਸ਼ੈਤਾਨ ਸਾਨੂੰ ਸ਼ੱਕ ਨਾਲ ਡਰ ਦੇ ਨਾਲ ਹੀ ਅਟੈਕ ਕਰ ਸਕਦਾ। ਹਾਲੇਲੂਇਆ, ਗਲੋਰੀਫਾਈ ਯੂਰ ਨੇਮ। ਉਸ ਤੋਂ ਬਾਅਦ ਜਦੋਂ ਅਸੀਂ ਪ੍ਰਾਰਥਨਾ ਕਰਨੀ ਆ, ਕਾਫੀ ਲੋਕ ਮਿਸਟੇਕ ਕਰ ਦਿੰਦੇ। ਕਾਹਦਾ ਮਿਸਟੇਕ ਕਰਦੇ ਆ? ਉਹ ਪਹਿਲਾਂ ਕਹਿੰਦੇ ਆ ਤੁਸੀਂ ਖੁਦਾ ਦੀ ਇਸਮੀ ਜ਼ਿੰਦਗੀ ਦਿਓ। ਤੁਸੀਂ ਦੇਖਦੇ ਆ ਅਸੀਂ ਰੋਸ਼ਨੀ ਵਿੱਚ ਆ, ਜਿਹੜੀਆਂ ਇਦਾਂ ਦੇ ਲੋਕ ਹੈਗੇ ਉਹ ਹੈਗੇ ਅੰਧੇਰ ਵਿੱਚ। ਅੰਧੇਰ ਨਾਲੇ ਰੋਸ਼ਨੀ ਅਸੀਂ ਇਕੱਠੇ ਟੁਗੈਦਰ ਨਹੀਂ ਰਹਿ ਸਕਦੇ। ਇੱਕ ਹੀ ਚੀਜ਼ ਹੋ ਸਕਦੀ, ਤੁਸੀਂ ਅੰਧੇਰ ਵਿੱਚ ਹੋ ਸਕਦੇ, ਰੋਸ਼ਨੀ 'ਚ ਹੋ ਸਕਦੇ ਆ। ਕਾਫੀ ਲੋਕ ਮਿਸਟੇਕ ਕਰ ਦਿੰਦੇ ਆ ਵੀ ਨਹੀਂ ਤੁਸੀਂ ਖੁਦਾ ਦੀ ਇਸਮੀ ਜ਼ਿੰਦਗੀ ਦਿਓ। ਉਹ ਕਿਸ ਤਰ੍ਹਾਂ ਜ਼ਿੰਦਗੀ ਦੇ ਸਕਦੇ ਆ? ਉਹਨਾਂ ਦੇ ਜਿਸਮ ਵਿੱਚ ਦੁਸ਼ਟ ਆਤਮਾ ਆ, ਉਹ ਅੰਧੇਰ ਨਾਲ ਤਾਂ ਜਕੜੇ ਪਏ ਹੈਗੇ, ਅੰਧੇਰੀ ਤਾਕਤਾਂ ਨਾਲ ਜਕੜੇ ਪੈ ਗਿਆ। ਉਹਨਾਂ ਦੇ ਵਿੱਚ ਹਨੇਰਾ ਆ, ਅੰਧੇਰੀ ਤਾਕਤਾਂ ਹੈਗੀਆਂ। ਤਾਂ ਉਹ ਜਿਹੜੀ ਦੁਸ਼ਟ ਆਤਮਾ ਨੂੰ ਉਹਨਾਂ ਨਹੀਂ ਐਕਸੈਪਟ ਕਰਨਾ ਹੈਗਾ। ਤੁਸੀਂ ਕਹੋਗੇ ਨਾ ਯਿਸੂ ਮਸੀਹ ਨੂੰ ਕਬੂਲ ਕਰੋ, ਪਹਿਲਾਂ ਤੁਸੀਂ ਇੱਕ ਕੰਡੀਸ਼ਨ ਰੱਖ ਰਹੇ ਆ, ਉਹਨਾਂ ਨਹੀਂ ਕਰਨਾ ਹੈਗਾ। ਬਿਕਾਜ਼ ਮੈਂ ਕਾਫੀ ਲੋਕਾਂ ਨੂੰ ਦੇਖ ਰਿਹਾ ਡਿਲੀਵਰੈਂਸ ਮਿਨਿਸਟਰੀ ਵਿੱਚ ਉਹ ਕਰ ਰਹੇ ਆ, ਏਦਾਂ ਕਰਦੇ ਆ ਪਹਿਲਾਂ ਤੁਸੀਂ ਜ਼ਿੰਦਗੀ ਦਿਓ ਖੁਦਾ ਨੂੰ। ਤਾਂ ਮੈਂ ਦੇਖਣਾ ਹੈਗਾ ਵੀ ਮੈਂ ਕਾਫੀ ਐਕਸਪੀਰੀਅੰਸ ਕਰ ਜ਼ਿੰਦਗੀ ਦੇ ਵਿੱਚ। ਉਹ ਕਿ ਜੇ ਤੁਸੀਂ ਘਰ ਵਿੱਚ ਕਰੋਗੇ ਨਾ ਪ੍ਰਾਰਥਨਾ, ਜੇ ਹੋਰ ਕਿਤੇ ਬਾਹਰ ਕਰੋ, ਉਹ ਕੀ ਨੱਸ ਜਾਣਗੇ। ਉਹ ਮੈਂ ਮੈਂ ਲੋਕਾਂ ਨੂੰ ਦੇਖਿਆ ਘਰ ਦੇ ਵਿੱਚੋਂ ਡੋਰ ਖੋਲ ਕੇ ਬਾਹਰ ਨੱਸਣਾ। ਬਿਕਾਜ਼ ਉਹ ਨਹੀਂ ਐਕਸੈਪਟ ਕਰਦੇ ਕਿ ਵੀ ਉਹਨਾਂ ਦੇ ਵਿੱਚ ਦੁਸ਼ਟ ਆਤਮਾ ਹੈਗੀ ਆ। ਉਹ ਖੁਦਾ ਯਿਸੂ ਮਸੀਹ ਨਹੀਂ ਕਬੂਲ ਕਰਨਾ। ਜੋ ਤੱਕ ਪੂਰੀ ਆਜ਼ਾਦ ਨਹੀਂ ਨਾ ਹੁੰਦੇ, ਸਾਫ਼ ਹੁੰਦੇ, ਫਿਰ ਉਹਨਾਂ ਦਾ ਟਾਈਮ ਆਉਂਦਾ ਖੁਦਾ ਯਿਸੂ ਮਸੀਹ ਦੇਣ ਦਾ। ਇਸ ਤਰ੍ਹਾਂ ਜਦੋਂ ਦੁਸ਼ਟ ਆਤਮਾ ਜਿਸਮ 'ਚ ਚੱਲ ਜਾਂਦੇ ਨਾ, ਬਾਤ ਸਾਨੂੰ ਐਡੀਕੇਟ ਕਰਨ ਦਾ ਬਹੁਤ ਜ਼ਰੂਰੀ ਆ। ਲੋਕਾਂ ਨੂੰ ਤੁਸੀਂ ਐਡੀਕੇਟ ਕਰਾਂਗੇ ਨਾ, ਉਹ ਦੁਸ਼ਟ ਆਤਮਾ ਤੋਂ ਆਜ਼ਾਦ ਹੋਗੇ ਤਾਂ ਹਮੇਸ਼ਾ ਤੱਕ ਆਜ਼ਾਦ ਹੋਗੇ। ਅਸੀਂ ਏਦਾਂ ਨਹੀਂ ਵੀ ਉਹਨਾਂ ਨੂੰ ਪ੍ਰਾਰਥਨਾ ਕਰ ਦੇਣੀ ਆ ਵੀ ਦੁਸ਼ਟ ਆਤਮਾ ਨੂੰ ਜਿਸਮ ਤੋਂ ਚਲ ਗਿਆ ਤਾਂ ਉਸ ਤੋਂ ਬਾਅਦ ਠੀਕ ਆ ਵੀ ਅਸੀਂ ਉਹਨਾਂ ਨੂੰ ਬੈਕਅਪ ਨਹੀਂ ਕਰਨਾ, ਕੁਛ ਨਹੀਂ ਕਰਨਾ। ਸਾਡਾ ਕੰਮ ਹੈਗਾ ਉਹਨਾਂ ਨੂੰ ਦੱਸਣਾ, ਕਲਾਮ ਤੋਂ ਦੱਸਣਾ ਹੈਗਾ ਵੀ ਇਸੇ ਤਰ੍ਹਾਂ ਤੁਸੀਂ ਖੁਦਾ ਯਿਸੂ ਮਸੀਹ ਜ਼ਿੰਦਗੀ ਦਿਓ ਵੀ ਉਹ ਹਮੇਸ਼ਾ ਲਈ ਆਜ਼ਾਦ ਰਹਿਣ ਦੁਸ਼ਟ ਆਤਮਾ ਤੋਂ। ਬਿਕਾਜ਼ ਅਸੀਂ ਨਾ ਦੱਸਾਂਗੇ ਨਾ ਤਾਂ ਕੀ ਹੋਊਗਾ? ਪਵਿੱਤਰ ਵਚਨ 'ਚ ਲਿਖਿਆ ਹੈਗਾ ਵੀ ਮੈਂ ਤੁਹਾਨੂੰ ਦੱਸੂਗਾ ਦੂਜੇ ਮਤੀ ਦੀ ਇੰਜੀਲ 12 ਚੈਪਟਰ ਵਿੱਚ 40 ਤੋਂ 45 ਲੈ ਕੇ। ਬਿਕਾਜ਼ ਸ਼ੈਤਾਨ ਇੱਕ ਝੂਠਾ ਇੱਕ ਡਿਸੀਵਰ ਆ ਬਹੁਤ ਵੱਡਾ। ਉਹਨ ਕੀ ਕਹਿਣਾ ਹੈਗਾ ਵੀ ਐਨ ਸ਼ਿਫਾ ਵੀ ਪਾ ਲਈ ਹੈ, ਦੁਸ਼ਟ ਆਤਮਾ ਵੀ ਨਿਕਲ ਗਈਆਂ ਬਾਹਰ। ਤਾਂ ਡਸਨਟ ਮੈਟਰ ਬਿਕਾਜ਼ ਐਨ ਜਾਣਾ ਤਾਂ ਨਰਕ ਵਿੱਚ ਆ। ਕਿਉਂ? ਬਿਕਾਜ਼ ਹੁਣ ਖੁਦਾ ਵੀ ਯਿਸੂ ਮਸੀਹ ਨੇ ਜ਼ਿੰਦਗੀ ਨਹੀਂ ਦਿੱਤੀ ਹੈਗੀ। ਅਸੀਂ ਮਿਸਟੇਕ ਕਰ ਦਿੰਦੇ ਇੱਥੋਂ। ਜਦੋਂ ਦੁਸ਼ਟ ਆਤਮਾ ਵਾਸਤੇ ਪ੍ਰਾਰਥਨਾ ਕਰਦੇ ਨਾ, ਕਾਫੀ ਵੱਡੀਆਂ ਮੀਟਿੰਗਾਂ ਦੇ ਵਿੱਚ, ਜੇ ਕਿਸੇ ਦੇ ਘਰਾਂ ਦੇ ਵਿੱਚ, ਤਾਂ ਦੁਸ਼ਟ ਆਤਮਾ ਪ੍ਰਾਰਥਨਾ ਹੁੰਦੀ ਹੈ ਡਿਲੀਵਰੈਂਸ ਵਾਸਤੇ, ਦੁਸ਼ਟ ਛੱਡ ਕੇ ਚਲ ਜਾਂਦੀਆਂ। ਤਾਂ ਉਹ ਕੀ ਲੋਕ ਕਰਦੇ ਆ, ਉਹ ਚਲ ਜਾਂਦੇ ਆ। ਤਾਂ ਉਸ ਤੋਂ ਬਾਅਦ ਉਹ ਆਪਣੇ ਘਰ ਜਾ ਕੇ ਚਲ ਜਾਂਦੇ, ਤਾਂ ਉਹ ਫਿਰ ਆਪਣੀ ਜ਼ਿੰਦਗੀ ਜਿੱਦਾਂ ਹੈਗੀ ਸੀ ਗੁਨਾਹ ਦੇ ਵਿੱਚ ਗੁਜ਼ਾਰਦੇ ਹੈਗੇ ਆ। ਤਾਂ ਕੀ ਹੁੰਦਾ ਹੈਗਾ? ਤਾਂ ਬਿਕਾਜ਼ ਸ਼ੈਤਾਨ ਕਹਿੰਦਾ ਵੀ ਠੀਕ ਹੈ ਨਾ, ਸ਼ਿਫਾ ਪਾ ਲਈ ਆ, ਦੁਸ਼ਟ ਆਤਮਾ ਚਲ ਗਈਆਂ, ਇਹਨਾਂ ਜਾਣਾ ਤਾਂ ਨਰਕ ਵਿੱਚ ਆ। ਬਿਕਾਜ਼ ਕਿਉਂ? ਬਿਕਾਜ਼ ਇਹਨਾਂ ਖੁਦਾ ਯਿਸੂ ਮਸੀਹ ਨੂੰ ਕਬੂਲ ਨਹੀਂ ਕੀਤਾ। ਬਿਕਾਜ਼ ਉਹਨਾਂ ਖੁਦਾ ਯਿਸੂ ਮਸੀਹ ਨੂੰ ਨਹੀਂ ਕਬੂਲ ਕੀਤਾ, ਨਰਕ ਵਿੱਚ ਜਾਣਗੇ। ਇਸ ਕਰਕੇ ਮੈਂ ਦਰਖਾਸਤ ਕਰਦਾ, ਖਾਸ ਕਰਕੇ ਜਦੋਂ ਵੱਡੀਆਂ ਮੀਟਿੰਗ ਹੁੰਦੀਆਂ, ਤੁਸੀਂ ਜਦੋਂ ਦੁਸ਼ਟ ਮਾਤਾ ਵਾਸਤੇ ਪ੍ਰਾਰਥਨਾ ਕਰਨੀ ਹੁੰਦੀ ਆ, ਤੁਸੀਂ ਉਹਨਾਂ ਨੂੰ ਇੱਕ ਕਾਰਡ ਦਿਓ। ਤੁਸੀਂ ਮੀਟਿੰਗ ਤੋਂ ਬਾਅਦ ਇੱਕ ਪਾਸੇ ਹੋ ਜਾਓ। ਤੁਸੀਂ ਉਹਨਾਂ ਨੂੰ ਫਿਰ ਦੱਸ ਸਕਦੇ ਆ ਵੀ ਹੁਣ ਤੁਸੀਂ ਆਜ਼ਾਦ ਹੋ ਗਿਆ, ਤਾਂ ਹੁਣ ਤੁਸੀਂ ਖੁਦਾ ਯਿਸੂ ਮਸੀਹ ਨੂੰ ਪਾਉਣਾ ਬਹੁਤ ਜ਼ਰੂਰੀ ਆ। ਕਿਉਂ ਪਾਉਣਾ ਜ਼ਰੂਰੀ ਆ? ਬਿਕਾਜ਼ ਪਵਿੱਤਰ ਵਚਨ 'ਚ ਲਿਖਿਆ ਹੈਗਾ
ਮਤੀ ਦੀ ਇੰਜੀਲ ਉਹਦਾ 12ਵਾਂ ਚੈਪਟਰ 43 ਤੋਂ ਲੈ ਕੇ 45 ਤੱਕ ਜਦੋਂ ਇੱਕ ਦੁਸ਼ਟ ਆਤਮਾ ਇੱਕ ਸਰੀਰ ਚੋਂ ਨਿਕਲਦੀ ਨਾ ਬਾਹਰ, ਉਹ ਕਿਤੇ ਸੁੱਕੀ ਜਗ੍ਹਾ ਜਾਂਦੀ ਆ। ਸੁੱਕੀ ਜਗ੍ਹਾ ਜਾਂਦੀ ਆ ਤਾਂ ਉਹ ਕੀ ਹੁੰਦਾ, ਉਹ ਸੁੱਕੀ ਜਗ੍ਹਾ ਤੇ ਜਾ ਕੇ ਤਾਂ ਉਸ ਤੋਂ ਬਾਅਦ ਉਹ ਫਿਰ ਕੀ ਕਰਦੀ ਹੈਗੀ, ਉਹ ਫੇਰ ਵਾਪਸ ਜਾਂਦੀ ਆ। ਔਰ ਬਿਕਾਜ਼ ਜਿਹੜੀ ਆਤਮਾ ਨਾ ਦੁਸ਼ਟ ਆਤਮਾ ਉਸੇ ਤੋਂ ਜਾਂਦੀ ਆ, ਨਿਕਲਦੀ ਬਾਹਰ ਤੋਂ ਸੁੱਕੀ ਜਗ੍ਹਾ ਜਾਂਦੀ ਹੈਗੀ ਆ। ਤੇ ਉਸ ਤੋਂ ਬਾਅਦ ਉਹਨਾਂ ਫੇਰ ਵਾਪਸ ਜਾਣਾ ਹੈਗਾ, ਬਿਕਾਜ਼ ਜਿਹੜੀ ਦੁਸ਼ਟ ਆਤਮਾ ਨਾ ਉਹ ਸਰੀਰ ਨੂੰ ਲੱਭਦੇ ਆ, ਉਹ ਸਰੀਰ ਦੇ ਵਿੱਚ ਜਾਣਾ ਚਾਹੁੰਦੇ ਆ। ਜਿਸ ਤਰ੍ਹਾਂ ਪਹਿਲਾਂ ਨਹੀਂ ਸੀ ਕਹਿ ਰਿਹਾ ਸੀ, ਜਿਹੜੀ ਡੈਮੋਨਿਕ ਸਪਿਰਿਟ ਹੈਗੀਆਂ ਬਰਬਾਦ ਕਰਨਾ ਚਾਹੁੰਦੇ ਇਨਸਾਨ ਨੂੰ। ਨਾ ਸ਼ੋਰ ਬੇਬੀ ਇਹਨਾਂ ਦਾ ਉਹਨਾਂ ਦਾ ਮਿਸ਼ਨ ਆ ਕਿ ਨਰਕ ਵਿੱਚ ਜਾਵੇ, ਆ ਜਿਹੜੀ ਰੂਹ ਹੈਗੀ ਆ ਨਰਕ ਵਿੱਚ ਜਾਵੇ। ਤਾਂ ਕੀ ਹੁੰਦਾ ਹੈਗਾ, ਉਹ ਜਿਹੜੀ ਦੁਸ਼ਟ ਆਤਮਾ ਹੈਗੀ ਆ, ਉਹ ਦੇਖਦੀ ਆ ਵੀ ਮੈਂ ਫੇਰ ਵਾਪਸ ਕਰ ਜਾਣਾ ਆਪਣੇ ਘਰ, ਦਾ ਮਤਲਬ ਹੈ ਬੋਡੀ ਵਿੱਚ ਜਾਣਾ। ਉਹ ਦਾ ਮਤਲਬ ਹੈ ਉਸੇ ਫੇਰ ਉਸ ਬੋਡੀ ਵਿੱਚ ਜਾਣਾ ਜਿਸ ਤੋਂ ਵਾਪਸ ਨਿਕਲਿਆ। ਤਾਂ ਉਹ ਕੀ ਜਦੋਂ ਦੁਸ਼ਟ ਆਤਮਾ ਵਾਪਸ ਆਉਂਦੀ ਹੈਗੀ ਆ ਤਾਂ ਦੇਖਦੀ ਆ ਵੀ ਬੜੀ ਸਫਾਈ ਹੋ ਚੁੱਕੀ ਹੈਗੀ ਆ। 44 ਆਇਤ ਵਿੱਚ ਲਿਖਿਆ, ਉਹ ਦੇਖਤੇ ਬੜੀ ਸਫਾਈ ਹੋ ਚੁੱਕੀ ਆ, ਬੜਾ ਕੂੜਾ ਕਰਕਟ ਸਾਫ ਕਾਫੀ ਬੜੀ ਸਫਾਈ ਚੁੱਕੀ ਆ। ਤਾਂ ਮੈਂ ਕੀ ਕਰਨਾ, ਮੈਂ ਫੇਰ ਵਾਪਸ ਆ ਜਾਣਾ। ਤਾਂ ਕੀ ਹੁੰਦਾ ਹੈਗਾ, ਜੇ ਅਸੀਂ ਖੁਦਾ ਵੀ ਯਿਸੂ ਮਸੀਹ ਨੂੰ ਨਹੀਂ ਕਬੂਲ ਕੀਤਾ ਹੈਗਾ ਨਾ, ਤਾਂ ਕੀ ਹੁੰਦਾ ਹੈਗਾ 45 ਵੇਸ ਵਿੱਚ ਲਿਖਿਆ ਹੈਗਾ ਵੀ 7 ਫੇਰ ਕੀ ਕਰਦਾ ਹੈਗਾ, ਜਦੋਂ ਉਹ ਦੇਖਦਾ ਨਾ ਵੀ ਆ ਜਿਹੜਾ ਜਿਸਮ ਆ ਸਾਫ਼ ਤਾਂ ਹੋ ਗਿਆ, ਪਰ ਨਾ ਖੁਦਾ ਵੀ ਯਿਸੂ ਮਸੀਹ ਨੂੰ ਕਬੂਲ ਨਹੀਂ ਕੀਤਾ ਹੈਗਾ, ਤਾਂ ਫੇਰ ਕੀ ਕਰਦਾ, ਜਿਹੜੀ 7 ਦੁਸ਼ਟ ਆਤਮਾ ਉਹ ਫੇਰ ਲੈ ਕੇ ਹੋਰ ਆਉਂਦਾ, ਉਸ ਤੋਂ ਵੀ ਪੈੜੀਆਂ ਉਹਨਾਂ ਰੀਇਨਫੋਰਸਮੈਂਟ ਲੈ ਕੇ ਜਾਂਦੇ ਆ 7 ਹੋਰ ਦੁਸ਼ਟ ਆਤਮਾ ਪੈੜੀਆਂ। ਤਾਂ ਉਹ ਕੀ ਕਹਿੰਦੇ ਆ, ਅਸੀਂ ਜਾਂਦੇ ਆ ਉਹ ਸਰੀਰ ਦੇ ਵਿੱਚ, ਉਹ ਜਿਸਮ ਦੇ ਵਿੱਚ ਜਾਂਦੇ ਦੁਆਰਾ। ਤਾਂ ਕੀ ਹੁੰਦਾ, ਜਿਹੜੀ ਤੁਸੀਂ ਪ੍ਰਾਰਥਨਾ ਕੀਤੀ ਨਾ ਇਨਸਾਨ ਵਾਸਤੇ ਦੁਸ਼ਟ ਆਤਮਾ ਵਾਸਤੇ, ਕੀ ਹੁੰਦੀ ਆ, ਜੇ ਉਹਨਾਂ ਖੁਦਾ ਯਿਸੂ ਮਸੀਹ ਨੂੰ ਨਹੀਂ ਕਬੂਲ ਕੀਤਾ ਨਾ, ਤਾਂ ਉਹਨਾਂ ਦੀ ਹਾਲਾਤ ਪਹਿਲਾਂ ਤੋਂ ਵੀ ਪੈਦਾ ਹੁੰਦੀ। ਕਿਉਂ? ਬਿਕਾਜ਼ ਅਸੀਂ ਐਡੂਕੇਟ ਨਹੀਂ ਕਰਦੇ ਹੈਗੇ, ਅਸੀਂ ਸਭ ਪ੍ਰਾਰਥਨਾ ਕਰਦੇ ਯਿਸੂ ਮਸੀਹ ਹੁਕਮ ਕਰਦਾ ਦੂਰ ਹੋ ਦੁਸ਼ਟ ਆਤਮਾ, ਬਿਕਾਜ਼ ਯਿਸੂ ਮਸੀਹ ਨਾਂ ਦੇ ਵਿੱਚ ਦੁਸ਼ਟ ਆਤਮਾ ਨੂੰ ਜਾਣੀਆਂ ਪੈਂਦੀਆਂ ਯਿਸੂ ਮਸੀਹ ਨਾਂ ਦੇ ਵਿੱਚ। ਤਾਂ ਸਭ ਤੋਂ ਵੱਡੀ ਗੱਲ ਹੈਗੀ ਆ, ਉਸ ਤੋਂ ਬਾਅਦ ਸਾਨੂੰ ਐਡੂਕੇਟ ਕਰਨਾ ਬਹੁਤ ਜ਼ਰੂਰੀ ਆ। ਦੁਸ਼ਟ ਆਤਮਾ ਯਿਸੂ ਮਸੀਹ ਨਾਲ ਜਾਣਗੀਆਂ, ਪਰ ਅਸੀਂ ਜੇ ਉਹ ਯਿਸੂ ਮਸੀਹ ਨਹੀਂ ਕਬੂਲ ਕਰਨਗੇ ਨਾ, ਤਾਂ ਕੀ ਹੋਊਗਾ, ਉਹ ਦੁਸ਼ਟ ਆਤਮਾ ਜਾਓਗੀਆਂ 7 ਬਦਰੂਆਂ ਹੋ ਲੈ ਕੇ ਆਉਣਗੀਆਂ। ਤਾਂ ਉਹਦੀ ਜਿਹੜੀ ਕਲਾਮ ਲਿਖਿਆ, ਉਹਨਾਂ ਦੀ ਹਾਲਾਤ ਪਹਿਲਾਂ ਤੋਂ ਵੀ ਪੈੜੀ ਹੋਣੀ ਹੈਗੀ ਆ। ਕਿਉਂ? ਬਿਕਾਜ਼ ਅਸੀਂ ਐਡੂਕੇਟ ਨਹੀਂ ਕਰਦੇ, ਅਸੀਂ ਜਲਦਬਾਜ਼ੀ ਵਿੱਚ ਕਰਦੇ ਹੈਗੇ ਆ। ਅਸੀਂ ਆਪਣੀ ਮਹਿਮਾ ਕਰਨਾ ਚਾਹੁੰਦੇ ਆ ਵੀ ਵਾਓ ਯਿਸੂ ਮਸੀਹ ਨਾਲ ਇੰਨੀਆਂ ਦੁਸ਼ਟ ਆਤਮਾ ਨਿਕਲ ਗਈਆਂ, ਇੰਨੇ ਡਿਲੀਵਰਸ ਹੋ ਗਿਆ। ਤੁਸੀਂ ਕੁਆਲਿਟੀ ਦੇ ਪਾਸੇ ਜਾਓ, ਕੁਆਂਟੀਟੀ ਵਿੱਚ ਨਾ ਜਾਓ। ਤੁਸੀਂ ਪ੍ਰੋਪਰ ਕਿਸ ਐਡੂਕੇਟ ਕਰੋਗੇ ਨਾ, ਉਹ ਜ਼ਿੰਦਗੀ ਸਫਲ ਹੋਗੀ, ਖੁਦਾ ਯਿਸੂ ਮਸੀਹ ਦੇ ਵਿੱਚ ਆਊਗੀ। ਤੇ ਜਦੋਂ ਦੁਸ਼ਟ ਆਤਮਾ ਉਸ ਜਿਸਮ ਵਿੱਚ ਆਊਗੀ ਨਾ, ਤਾਂ ਉਹਨੇ ਕਹਿਣਾ ਵੀ ਅਸੀਂ ਤਾਂ ਵਾਪਸ ਆ ਹੀ ਨਹੀਂ ਸਕਦੇ। ਕਿਉਂ ਨਹੀਂ ਵਾਪਸ ਆ ਸਕਦੇ? ਇਸ ਘਰ ਦੇ ਵਿੱਚ ਖੁਦਾ ਯਿਸੂ ਮਸੀਹ ਵਸ ਰਿਹਾ, ਇਸ ਜਿਸਮ ਦੇ ਵਿੱਚ ਖੁਦਾ ਯਿਸੂ ਮਸੀਹ, ਅਸੀਂ ਵਾਪਸ ਨਹੀਂ ਆ ਸਕਦੇ। ਇਸ ਤਰ੍ਹਾਂ ਡਿਲੀਵਰੈਂਸ ਮਿਲਣੀ ਹੋਣੀ ਚਾਹੀਦੀ ਆ। ਹਾਲੇਲੂਇਆ, ਗਲੋਰੀਫਾਈ ਯੂਰ ਨੇਮ, ਗਲੋਰੀਫਾਈ ਨੇਮ, ਗਲੋਰੀਫਾਈ ਨੇਮ, ਗਲੋਰੀਫਾਈ ਨੇਮ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਮੇਰਾ ਖਾਸ ਕਰਕੇ ਅੱਜ ਇੱਕ ਟੀਚਿੰਗ ਹੈਗੀ ਆ, ਅੱਜ ਜਿਹੜੀ ਹੈਗਾ ਸੀ ਕਲਾਮ, ਇੱਕ ਟੀਚਿੰਗ ਹੈ ਡਿਲੀਵਰੈਂਸ ਉੱਪਰ। ਬਿਕਾਜ਼ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ, ਯਿਸੂ ਮਸੀਹ ਨਾਲ ਵਿੱਚ ਦੁਸ਼ਟ ਆਤਮਾ ਨੱਠਦੀਆਂ, ਲੋਕੀ ਸ਼ਿਫਾ ਪਾਉਂਦੇ, ਚਮਤਕਾਰ ਹੁੰਦੇ ਆ। ਪਰ ਜਦੋਂ ਡਿਲੀਵਰੈਂਸ ਐਕਸਰਸਿਜ਼ਮ ਜਦੋਂ ਕਹਿੰਦੇ ਆ ਨਹੀਂ ਹੁੰਦੀ ਨਾ ਸਹੀ ਤਰ੍ਹਾਂ, ਫੇ ਕੀ ਹੁੰਦਾ, ਫੇ ਉਹ ਜਿਹੜਾ ਨਾ ਸਥਾਨ ਹੈਗਾ, ਕੀ ਕਹਿੰਦਾ ਹੈਗਾ, ਮੈਂ ਉਸ ਮੀਟਿੰਗ 'ਚ ਗਿਆ ਸੀ ਤਾਂ ਮੈਂ ਆਜ਼ਾਦ ਹੋ ਗਿਆ ਸੀ, ਤਾਂ ਫੇ ਮੈਂ ਹੁਣ ਮੈਂ ਅੱਗੇ ਤੋਂ ਵੀ ਜ਼ਿਆਦਾ ਹੋ ਗਿਆ, ਮੈਂ ਜ਼ਿਆਦਾ ਅੱਗੇ ਨਾਲ ਵੀ ਖਰਾਬ ਹੋ ਗਿਆ, ਮੇਰੇ ਹਾਲਾਤ ਪਹਿਲੇ ਤੋਂ ਵੀ ਖਰਾਬ ਹੋ ਗਈ। ਤੇ ਉਹ ਦੇਖਦੇ ਹੁੰਦੇ ਆ ਵੀ ਕਿਉਂ ਹਾਲਾਤ ਖਰਾਬ ਹੋ ਗਈ ਆ, ਕਿਉਂ? ਬਿਕਾਜ਼ ਉਹ ਜਿਹੜੀ 7 ਦੁਸ਼ਟ ਆਤਮਾ ਫੇਰ ਵਾਪਸ ਆ ਕੇ ਜਿਸਮ ਚਲ ਗਈਆਂ। ਤਾਂ ਕੀ ਹੁੰਦਾ, ਉਹਨਾਂ ਕਹਿਣਾ ਯਾਰ ਮੈਂ ਉਸ ਮੀਟਿੰਗ 'ਚ ਗਿਆ ਸੀ, ਪ੍ਰੋਫਿਟ ਬਾਕੇਸ਼ਾ ਦੀ ਮੀਟਿੰਗ 'ਚ ਗਿਆ ਸੀ, ਤਾਂ ਉਹ ਕੀ ਕਰੂਗਾ, ਮੈਂ ਨਹੀਂ ਕਦੀ ਕ੍ਰਿਸਚਨਾਂ 'ਚ ਦੁਆ ਕਰਾਉਂਗਾ। ਤਾਂ ਕੀ ਉਹਨਾਂ ਕਹਿਣਾ, ਉਹਨਾਂ ਸਾਰੇ ਪਰਿਵਾਰ ਨੂੰ ਦੱਸਣਾ ਵੀ ਮੈਂ ਪ੍ਰਾਰਥਨਾ ਕਰਾਉਣ ਗਿਆ ਸੀ, ਉਦੋਂ ਮੈਂ ਠੀਕ ਹੋ ਗਿਆ, ਤਾਂ ਹੁਣ ਮੇਰੀ ਪਹਿਲਾਂ ਤੋਂ ਵੀ ਹਾਲਾਤ ਖਰਾਬ ਹੈਗੀ ਆ। ਸ਼ੈਤਾਨ ਕੀ ਕਰੂਗਾ, ਉਹ ਸ਼ੈਤਾਨ ਕਰੂਗਾ ਵੀ ਸਾਰੀ ਫੈਮਿਲੀ ਤੱਕ ਗੱਲ ਤੱਕ ਪਹੁੰਚੇਵੇ, ਉਹ ਕਦੀ ਵੀ ਨਾ ਕ੍ਰਿਸਚਨਾਂ ਦੇ ਨੇੜੇ ਜਾਣਗੇ। ਆਹ ਸ਼ੈਤਾਨ ਚਾਹੁੰਦਾ ਹੈਗਾ ਵੀ ਉਹਦਾ ਆਹੀ ਕੰਮ ਹੈਗਾ, ਡਿਸੀਵ ਕਰਨਾ, ਵੀ ਉਹ ਕਦੀ ਜਿਹੜੇ ਉਹ ਲੋਕ ਜਿਹੜੇ ਨਾ, ਉਹ ਕਦੀ ਵੀ ਨਾ ਜਾ ਕੇ ਦੱਸਣ ਕਿਸੇ ਨੂੰ ਵੀ ਇਸ ਤਰ੍ਹਾਂ ਹੋਇਆ ਉਹਨਾਂ ਜ਼ਿੰਦਗੀ ਦੇ ਵਿੱਚ। ਤਾਂ ਇਸ ਕਰਕੇ ਸਾਨੂੰ ਬਹੁਤ ਕੇਅਰਫੁਲ ਹੋਣਾ ਪੈਂਦਾ ਹੈਗਾ, ਬਿਕਾਜ਼ ਸ਼ੈਤਾਨ ਚਾਹੁੰਦਾ, ਜਿਸ ਮੈਂ ਕਹਿ ਰਿਹਾ, ਸ਼ੈਤਾਨ ਚਾਹੁੰਦਾ ਵੀ ਸਾਡੀ ਜਿਹੜੇ ਦੁਸ਼ਟ ਆਤਮਾ ਨਾ, ਉਹਦਾ ਕੰਮ ਸਫਲ ਹੋ ਕੇ ਉਹ ਇੱਕ ਇਨਸਾਨ ਨੂੰ ਨਰਕ ਵਿੱਚ ਲੈ ਕੇ ਜਾਵੇ। ਉਹਨਾਂ ਦਾ ਆਹ ਕੰਮ ਹੈਗਾ। ਪਰ ਸਾਡਾ ਕੰਮ ਹੈਗਾ ਖੁਦਾ ਦੇ ਬੰਦਿਆਂ ਨੂੰ, ਖੁਦਾ ਦੇ ਬੇਟੇ ਨੂੰ ਐਡੂਕੇਟ ਕਰਨਾ ਹੈਗਾ, ਤਾਂ ਵੀ ਉਹਨਾਂ ਨੂੰ ਪੂਰੀ ਆਜ਼ਾਦੀ ਪਾਉਣੀ ਚਾਹੁੰਦੇ ਆ ਉਹਨਾਂ ਜਿਸਮ ਦੇ ਵਿੱਚ। ਤਾਂ ਖੁਦਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਹਾਂ ਅੱਜ ਦੇ ਵਚਨ ਵਾਸਤੇ। ਤਾਂ ਇਸ ਕਰਕੇ ਮੈਂ ਤੁਹਾਨੂੰ ਦੁਬਾਰਾ ਦੱਸਣਾ ਚਾਹੁੰਦਾ ਜਦੋਂ ਦੁਸ਼ਟ ਆਤਮਾ ਨਿਕਲਦੀਆਂ ਬਾਹਰ, ਤਾਂ ਉਹ ਸੁੱਕੀ ਜਗ੍ਹਾ ਜਾਂਦੀਆਂ, ਤਾਂ ਉਹ ਫੇਰ ਵਾਪਸ ਆਉਂਦੀਆਂ ਉਹ ਜਿਸਮ ਦੇ ਵਿੱਚ। ਵਿੱਚ ਵਚਨ ਲਿਖਿਆ ਘਰ ਸਾਡਾ ਜਿਸਮ ਆ, ਜਿਸਮ ਜਦੋਂ ਸਾਫ਼ ਸਫਾਈ ਹੁੰਦੀ ਆ, ਉਹ ਫੇਰ ਵਾਪਸ ਆਉਂਦਾ ਦੁਸ਼ਟ ਆਤਮਾ
ਤਾਂ ਫਿਰ ਉਹ ਦੇਖਤਾ ਵੀ ਯਾਰ ਖੁਦਾ ਯਿਸੂ ਮਸੀਹ ਨੇ ਕਬੂਲ ਕੀਤਾ, ਉਹ ਕੀ ਕਹਿੰਦਾ ਫਿਰ ਵਾਪਸ ਕੀ ਕਰਨ ਦਿਆ, ਬਿਕਾਜ਼ ਉਹ ਐਂਟਰ ਕਰ ਹੀ ਨਹੀਂ ਸਕਦੇ। ਤੁਸੀਂ ਖੁਦਾ ਯਿਸੂ ਮਸੀਹ ਨੂੰ ਜ਼ਿੰਦਗੀ ਦੇਤੀ ਹੈਗੀ ਆ, ਜਿਹੜੇ ਨਹੀਂ ਜ਼ਿੰਦਗੀ ਹੈਗੇ ਆ ਤਾਂ ਉਹਨਾਂ ਦੀ ਜ਼ਿੰਦਗੀ ਚ ਕੀ ਹੁੰਦਾ, ਉਹਨਾਂ ਪ੍ਰਾਰਥਨਾ ਕਰਾ ਕੇ ਚੱਲ ਜਾਣਾ ਕਰ, ਇੱਕ ਵੀਕ ਬਾਅਦ 2 ਵੀਕ ਬਾਅਦ 3 ਮਹੀਨੇ ਬਾਅਦ ਕੀ ਹੋਣਾ, ਉਹ ਜਿਹੜੀਆਂ ਦੁਸ਼ਟ ਆਤਮਾ ਹੈ ਉਹ 7-10 ਆਤਮਾ ਲੈ ਕੇ ਫਿਰ ਜੀਵਨ ਚ ਰਹਿਣੀਆਂ, ਤਾਂ ਹਾਲਾਤ ਪਹਿਲਾਂ ਤੋਂ ਵੀ ਖਰਾਬ ਹੋ ਜਾਣੀਆਂ। ਤਾਂ ਉਹਨੇ ਕਹਿਣਾ ਹੱਦ ਹੀ ਹੋ ਗਈ ਯਾਰ, ਮੈਂ ਐਵੇਂ ਚੱਲ ਗਿਆ ਮੀਟਿੰਗ ਦੇ ਵਿੱਚ, ਮੇਰੀ ਪਹਿਲਾਂ ਤੋਂ ਵੀ ਹਾਲਾਤ ਖਰਾਬ ਹੋ ਗਿਆ। ਸ਼ੈਤਾਨ ਚਾਹੁੰਦਾ ਏਦਾਂ ਹੋਵੇ, ਉਹ ਚਾਹੁੰਦਾ ਵੀ ਸਾਰੇ ਪਾਸੇ ਸਾਰੀ ਫੈਮਿਲੀ ਵਿੱਚ ਦੱਸੇ ਵੀ ਕ੍ਰਿਸ਼ਨਾ ਕੋ ਨਾ ਪ੍ਰਾਰਥਨਾ ਕਰਿਆ ਕਰੋ, ਬਿਕਾਜ਼ ਉਸ ਤੋਂ ਪਹਿਲਾਂ ਤੋਂ ਵੀ ਪੈੜੇ ਹੋ ਗਏ, ਕਿਉਂ, ਬਿਕਾਜ਼ ਐਡੂਕੇਟ ਨਹੀਂ ਕੀਤਾ ਹੈਗਾ। ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦਾ ਹੈਗਾ, ਜਿਸ ਤਰ੍ਹਾਂ ਪਹਿਲਾਂ ਵੀ ਦੱਸ ਦਿਆ ਸੀ, ਇੱਕ ਜਿਸਮ ਦੇ ਵਿੱਚ 2000 ਦੀ ਦੁਸ਼ਟ ਆਤਮਾ ਹੋ ਸਕਦੀ ਹੈ ਜਿਸਮ ਦੇ ਵਿੱਚ, ਬਿਕਾਜ਼ ਮੈਂ ਤੁਹਾਨੂੰ ਦੱਸਦਾ ਅੱਜ ਤੋਂ ਕਿੰਨੇ ਥੋੜੀਆਂ ਵੀਕਾਂ ਪਹਿਲਾਂ ਮੈਂ ਪਾਕਿਸਤਾਨ ਦੇ ਵਿੱਚ ਇੱਕ ਦੁਸ਼ਟ ਆਤਮਾ ਵਾਸਤੇ ਪ੍ਰਾਰਥਨਾ ਕਰ ਰਿਹਾ ਸੀ ਟੈਲੀਫੋਨ ਦੇ ਉੱਪਰ। ਜਦੋਂ ਉਹਨਾਂ ਟੈਲੀਫੋਨ ਫੜਾਇਆ ਤਾਂ ਦੁਸ਼ਟ ਆਤਮਾ ਦੇ ਵਿੱਚ ਇੱਕ ਬੇਟੀ ਖੇਲ ਰਹੀ ਸੀ, ਤਾਂ ਮੈਂ ਯਿਸੂ ਮਸੀਹ ਦਾ ਹੁਕਮ ਕਰਦਾ, ਮੈਂ ਯਿਸੂ ਮਸੀਹ ਦਾ ਹੁਕਮ ਕਰਦਾ ਸਾਰੀ ਦੁਸ਼ਟ ਆਤਮਾ ਯਿਸੂ ਮਸੀਹ ਹੁਕਮ ਕਰਦਾ ਦੂਰ ਚੱਲ ਜਾਣ, ਬਿਕਾਜ਼ ਉਹਨੂੰ ਮੈਨੂੰ ਖੁਦਾ ਦਿਖਾ ਰਿਹਾ ਸੀ ਵੀ ਇਸ ਬੇਟੀ ਦੇ ਸਰੀਰ ਦੇ ਵਿੱਚ ਕਿੰਨੀਆਂ ਦੁਸ਼ਟ ਆਤਮਾ। ਤਾਂ ਉਹ ਕੀ ਹੋ ਰਿਹਾ ਸੀ, ਉਹ ਮੈਨੀਫੈਸਟ ਹੋ ਰਿਹਾ ਸੀ, ਉਹ ਬੇਟੀ ਖੇਲ ਰਹੀ ਸੀ, ਬਟ ਉਹ ਰੂਮ ਦੇ ਵਿੱਚ ਕਿੰਨੇ ਪੈਂਪਰਾ ਕਹਿ ਰਹੇ ਸੀ ਦੁਸ਼ਟ ਆਤਮਾ ਗਈ ਨਹੀਂ ਹਜੇ ਹੈਗੀ ਆ, ਠਹਿਰੀ ਆ। ਤਾਂ ਮੈਂ ਉਹਨਾਂ ਨੂੰ ਸਮਝਾਇਆ, ਮੈਂ ਕਿਹਾ ਵੀ ਤੁਸੀਂ ਯਕੀਨ ਕਰੋ, ਖੁਦਾ ਨਜਾਤ ਕਰਤਾ ਤੁਹਾਡੀ ਬੇਟੀ ਨੂੰ, ਵੀ ਤੁਹਾਡੀ ਬੇਟੀ ਦੇ ਵਿੱਚ ਕਿੰਨੀਆਂ ਦੁਸ਼ਟ ਆਤਮਾ ਹੈਗੀਆਂ, ਜੋ ਆ ਖੇਲ ਰਹੀ ਨਾ ਮੈਨੀਫੈਸਟ ਹੋ ਰਹੀ ਆ, ਇਹਦੀ ਸਫਾਈ ਹੋ ਰਹੀ ਆ। ਤਾਂ ਮੈਂ ਉਹਨਾਂ ਨੂੰ ਕਿਹਾ ਤੁਸੀਂ ਆ ਕਹੋ ਵੀ ਯਿਸੂ ਮਸੀਹ ਦੀ ਖੂਨ ਕੀ ਜੈ, ਖੁਦਾ ਯਿਸੂ ਮਸੀਹ ਦੇ ਵਿੱਚ ਮੁਕਤੀ ਆ, ਖੁਦਾ ਯਿਸੂ ਮਸੀਹ ਦੇ ਖੂਨ ਦੇ ਵਿੱਚ ਮੁਕਤੀ ਆ, ਤਾਂ ਖੁਦਾ ਯਿਸੂ ਮਸੀਹ ਦੇ ਖੂਨ ਦੇ ਵਿੱਚ ਸਾਰੀ ਸ਼ੈਤਾਨੀ ਤਾਕਤਾਂ ਨੱਸਦੀਆਂ। ਤਾਂ ਮੈਂ ਉਹਨਾਂ ਨੂੰ ਤੁਸੀਂ ਏਦਾਂ ਨਾ ਕਹੋ ਵੀ ਗਿਆ ਨਹੀਂ ਹੈਗਾ ਦੁਸ਼ਟ ਆਤਮਾ, ਤੁਸੀਂ ਇਹ ਪ੍ਰਾਰਥਨਾ ਕਰੀ ਜਾਓ। ਤਾਂ ਮੈਂ ਕਿਹਾ ਵੀ ਤੁਸੀਂ ਘਬਰਾਓ ਨਾ ਵੀ ਆ ਮੈਨੀਫੈਸਟ ਹੋ ਰਹੀ ਆ, ਬੇਟੀ ਖੇਲ ਰਹੀ ਆ, ਵੀ ਦੁਸ਼ਟ ਆਤਮਾ ਛੱਡ ਕੇ ਚਲੀ ਗਈਆਂ ਸੀ, ਤਾਂ ਕਿਉਂ ਚਲੀ ਗਈਆਂ, ਬਿਕਾਜ਼ ਜਿਹੜੇ ਜਿਸਮ ਦੇ ਵਿੱਚ ਕਿੰਨੀਆਂ ਦੁਸ਼ਟ ਆਤਮਾ ਸੀ ਉਹ ਸਫਾਈ ਹੋ ਰਹੀ ਆ, ਯਿਸੂ ਮਸੀਹ ਦਾ ਖੂਨ ਉਸ ਸਰੀਰ ਦੇ ਵਿੱਚ ਸਫਾਈ ਕਰ ਰਿਹਾ। ਬਿਕਾਜ਼ ਕਾਫੀ ਲੋਕਾਂ ਨੂੰ ਮੈਂ ਇਸ ਕਰਕੇ ਦੱਸ ਰਿਹਾ, ਬਿਕਾਜ਼ ਕਾਫੀ ਲੋਕਾਂ ਜੋ ਡਿਲੀਵਰਸ ਕਰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਸ ਚੀਜ਼ ਦਾ, ਉਹਨਾਂ ਕਹਿਣਾ ਯਾਰ ਆ ਮੈਨੀਫੈਸਟ ਹੋ ਰਿਹਾ, ਬੰਦਾ ਜੇ ਬੁੜੀ ਆ ਖੇਲ ਰਹੀ ਹੈ ਮੈਨੀਫੈਸਟ ਹੋ ਰਹੀ ਆ, ਦੁਸ਼ਟ ਆਤਮਾ ਨਹੀਂ ਗਈਆਂ ਹੈਗੀਆਂ, ਫਿਰ ਉਹਨਾਂ ਦੇ ਮਨ ਵਿੱਚ ਸ਼ੱਕ ਕਰਨ ਦਾ, ਬਿਕਾਜ਼ ਆਹ ਸਿੱਖਣ ਵਾਲੀਆਂ ਗੱਲਾਂ ਹੈਗੀਆਂ ਜਿਹੜੀਆਂ ਅੱਜ ਦਾ ਵਚਨ ਸੀ। ਮੈਂ ਤੁਹਾਡਾ ਲੱਖ ਲੱਖ ਸ਼ੁਕਰਗੁਜ਼ਾਰ ਆ, ਇੱਕ ਟੀਚਿੰਗ ਸੀ। ਤਾਂ ਬੜੀ ਅਫਸੋਸ ਦੀ ਗੱਲ ਹੈਗੀ ਆ ਬਈ ਬੜੀ ਨੈਟ ਦੀ ਪ੍ਰੋਬਲਮ ਦੀ ਵਜ੍ਹਾ ਦੇ ਨਾਲ ਜਿੰਨੇ ਵੀ ਭੈਣ ਭਰਾ ਜੁੜਨਾ ਚਾਹੁੰਦੇ ਸੀ ਹੈਗੇ, ਤਾਂ ਹੋਰ ਵੀ ਖੁਦਾ ਦੇ ਦਾਸ ਨਹੀਂ ਜੁੜ ਚੁੱਕੇ, ਮੇਰੇ ਵੱਲੋਂ ਵੀ ਨੈਟ ਦੀ ਪ੍ਰੋਬਲਮ ਪੈ ਗਈ ਸੀ। ਤਾਂ ਐਨੀਵੇ ਖੁਦਾ ਦਾ ਲੱਖ ਲੱਖ ਸ਼ੁਕਰ ਆ, ਜਿਹੜਾ ਕਲਾਮ ਆ ਉਹ ਲੋਕਾਂ ਨੂੰ ਜਾਊਗਾ, ਲੋਕੀ ਸੁਣਨਗੇ, ਸਿੱਖਣਗੇ, ਤਾਂ ਬਰਕਤ ਪਾਉਣਗੇ। ਤਾਂ ਮੈਂ ਸ਼ੁਕਰਗੁਜ਼ਾਰ ਅੱਜ ਕਲਾਮ ਵਾਸਤੇ। ਤਾਂ ਰੈਵਲੇਸ਼ਨ ਪ੍ਰਕਾਸ਼ੀ ਪੋਥੀ 30 ਚੈਪਟਰ 20 ਚ ਲਿਖਿਆ, ਖੁਦਾਵੰਦ ਯਿਸੂ ਮਸੀਹ ਦਿਲ ਦੇ ਦਰਵਾਜ਼ੇ ਤੇ ਖਟਖਟਾ ਰਿਹਾ, ਖੁਦਾਵੰਦ ਯਿਸੂ ਮਸੀਹ ਤੁਹਾਨੂੰ ਮੌਕਾ ਦੇ ਰਿਹਾ। ਜਿਹੜੀ ਵੀ ਜ਼ੂਮ ਮੀਟਿੰਗ ਬਾਅਦ ਚ ਵੀ ਦੇਖਣਗੇ ਫੇਸਬੁੱਕ ਦੇ ਉੱਪਰ, ਜੇ ਤੁਸੀਂ ਖੁਦਾ ਨੂੰ ਯਿਸੂ ਮਸੀਹ ਨੇ ਨਹੀਂ ਜ਼ਿੰਦਗੀ ਦਿੱਤੀ, ਖੁਦਾ ਤੁਹਾਨੂੰ ਇੱਕ ਮੌਕਾ ਦੇ ਰਿਹਾ। ਖੁਦਾ ਕਹਿੰਦਾ ਮੈਂ ਤੁਹਾਡੇ ਦਿਲ ਦੇ ਦਰਵਾਜ਼ੇ ਤੇ ਖਟਖਟਾ ਰਿਹਾ, ਤੁਸੀਂ ਅੰਦਰ ਜਿਹੜਾ ਜਿੰਦਰਾ ਲਾਇਆ ਆਪਣੇ ਦਿਲ ਦੇ ਵਿੱਚ ਖੋਲੋ। ਖੁਦਾ ਕਹਿੰਦਾ ਜਿੰਦਰਾ ਖੋਲੋ, ਤੁਸੀਂ ਆਜ਼ਾਦ ਹੋਗੇ, ਮੁਕਤੀ ਪਾਓਗੇ, ਮੇਰੀ ਜ਼ਿੰਦਗੀ ਪਾਓਗੇ। ਜਦੋਂ ਲੋਕੀ ਖੁਦਾ ਦੇ ਕਾਲਮ ਕਹਿ ਰਹੇ ਨੇ ਆਖਿਰ ਦਿਨ ਆ ਬਹੁਤ ਨਜ਼ਦੀਕ ਹੈ ਖੁਦਾ ਦੇ ਆਉਣ ਦਾ, ਕਿਉਂ, ਬਿਕਾਜ਼ ਐਵੇਂ ਨਹੀਂ ਉਹ ਕਹਿ ਰਹੇ, ਬਿਕਾਜ਼ ਨਿਸ਼ਾਨੀਆਂ ਆ ਰਹੀਆਂ, ਜਿਸ ਤਰ੍ਹਾਂ ਖੁਦਾ ਯਿਸੂ ਮਸੀਹ ਮਤੀ ਦੀ ਇੰਜੀਲ 24 ਚੈਪਟਰ ਚੇਲੇ ਕਹਿ ਰਹੇ ਸੀ ਖੁਦਾ ਯਿਸੂ ਮਸੀਹ ਵੀ ਕਦੋਂ ਐਂਡ ਅੰਤ ਕਦੋਂ ਆਉਣਾ ਹੈਗਾ। ਖੁਦਾ ਯਿਸੂ ਮਸੀਹ ਕਹਿ ਰਿਹਾ ਜਦੋਂ ਦੇਸ਼ ਤੋਂ ਦੇਸ਼, ਕੌਮ ਤੋਂ ਕੌਮ ਲੜਨਗੇ, ਫਾਲਸ ਕ੍ਰਾਈਸਟ ਆਉਣਗੇ, ਗਲਤ ਨਬੀ ਆਉਣਗੇ, ਪਿਆਰ ਠੰਡਾ ਪੈ ਜਾਊਗਾ, ਕੌਮ ਤੇ ਕੌਮ ਚੜੂਗਾ। ਖੁਦਾ ਕਹਿੰਦਾ ਆਹ ਜਿਹੜੇ ਆ ਇੱਕ ਪ੍ਰੈਗਨੈਂਟ ਲੇਡੀ ਵਾਂਗੂ ਜਿਹੜੀਆਂ ਦਰਦਾਂ ਨਹੀਂ ਹੁੰਦੀਆਂ, ਤੁਸੀਂ ਉਹ ਸ਼ੁਰੂਆਤ ਦਰਦਾਂ ਦੇ ਸਟਾਰਟ ਹੈਗਾ, ਜਦੋਂ ਫਰਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਆ ਸਾਰੀਆਂ ਦਰਦਾਂ ਸ਼ੁਰੂ ਹੋ ਰਹੀਆਂ ਹੈਗੀਆਂ। ਬਿਕਾਜ਼ ਹੁਣ ਤੁਸੀਂ ਦੇਖਦੇ ਆ, ਬਿਕਾਜ਼ ਪ੍ਰਕਾਸ਼ ਦੀ ਪੋਥੀ ਰੈਵਲੇਸ਼ਨ ਦੇ ਵਿੱਚ ਉੱਥੇ ਦੇਖਿਆ ਵੀ ਜਦੋਂ ਇੱਕ ਵਨ ਵਰਲਡ ਹੋਣੀ ਹੈ, ਵਨ ਵਰਲਡ ਗਵਰਨਮੈਂਟ ਹੋਣਾ ਹੈਗਾ, ਉਸ ਤੋਂ ਬਾਅਦ ਐਂਟੀ ਕ੍ਰਾਈਸਟ ਹੋਣਾ ਹੈਗਾ। ਅੱਜ ਕੱਲ ਕੀ ਹੋ ਰਿਹਾ ਅਸੀਂ ਆਪ ਦੇਖ ਰਹੇ ਹਾਂ, ਜਿਹੜਾ ਵਾਟਿਕਨ ਆ ਉਹ ਮੀਟਿੰਗਾਂ ਕਰ ਰਿਹਾ ਇਰਾਕ ਦੇ ਵਿੱਚ ਜਾ ਕੇ, ਇੱਕ ਬਹੁਤ ਬੜੇ ਜਿੱਦਾਂ ਮੁਸਲਮਾਨ ਜਿੱਦਾਂ ਪ੍ਰੀਸਟ ਦੇ ਨਾਲ ਮੀਟਿੰਗਾਂ ਕਰ ਰਿਹਾ। ਬਿਕਾਜ਼ ਕਿਉਂ, ਬਿਕਾਜ਼ ਆ ਸਾਰੇ ਇੱਕ ਬਣਨਾ ਚਾਹੁੰਦੇ ਆ, ਵਨ ਵਰਲਡ ਗਵਰਨਮੈਂਟ ਆਉਣਾ ਚਾਹੁੰਦੇ ਆ। ਬਿਕਾਜ਼ ਹਰ ਚੀਜ਼ ਦਾ ਜਵਾਬ ਕਲਾਮ ਦੇ ਵਿੱਚ ਆ, ਰੈਵਲੇਸ਼ਨ ਚੈਪਟਰ ਵਿੱਚ ਆ ਸਾਰੀ ਗੱਲਾਂ ਲਿਖੀ ਗਈਆਂ। ਅਸੀਂ ਆ ਵਨ ਵਰਲਡ ਗਵਰਨਮੈਂਟ ਕਰਨਗੇ, ਸਾਰਿਆਂ ਨੂੰ ਇੱਕ ਕਰਨਗੇ, ਫਿਰ ਉਹ ਉਹਦੇ ਵਿੱਚ ਐਂਟੀ ਕ੍ਰਾਈਸਟ। ਐਂਟੀ ਕ੍ਰਾਈਸਟ ਦਾ ਮਤਲਬ ਹੈ ਇਨ ਪਲੇਸ ਆਫ ਕ੍ਰਾਈਸਟ, ਯਿਸੂ ਮਸੀਹ ਦੇ ਜਗ੍ਹਾ ਦੇ ਵਿੱਚ। ਤਾਂ ਮਸਬਰ ਕਹਿੰਦਾ ਆਹ ਜੋ ਵੀ ਲੋਕੀ ਕਹਿੰਦੇ ਨਾ ਅੰਤ ਆ ਰਹੀ ਆ ਖੁਦਾ ਜ਼ਿੰਦਗੀ ਦੋ, ਆ ਮਤਲਬ ਅੰਤ, ਬਿਕਾਜ਼ ਉਹਦੇ ਨਾਲ ਸਬੂਤ ਵੀ ਦੇਣਾ ਬਹੁਤ ਜ਼ਰੂਰੀ ਆ। ਤਾਂ ਖੁਦਾ ਦਾ ਸ਼ੁਕਰਗੁਜ਼ਾਰ ਹੈ ਜਿੰਨੇ ਵੀ ਲੋਕ ਅੱਜ ਨਹੀਂ ਜਾਣਦੇ ਖੁਦਾ ਯਿਸੂ ਮਸੀਹ, ਮੈਂ ਦਰਖਾਸਤ ਕਰਦਾ ਤੁਸੀਂ ਆਪਣਾ ਦਿਲ ਦਾ ਜਿਹੜਾ ਦਰਵਾਜ਼ਾ, ਜਿਹੜਾ ਤੁਸੀਂ ਜਿੰਦਰਾ ਲਾ ਨਾ ਦਿਲ ਦਰਵਾਜ਼ੇ ਵਿੱਚ, ਖੋਲ ਦਿਓ ਅੱਜ।
खुदा कहना मैं दिल दे दरवाजे खटखटा रहा, तुसी अपनी जिंदरा खोल दो, खुदा कहना मैं तुहाडे अंदर आके थोड़ा खाना खाऊंगा। कितनी बड़ी गल है, साडा खुदा यीशु मसीह कोल कंडीशन नहीं रखदा, तुसी तपस्या करो, एने ते तुसी तपस्या करो, पहाड़ी तो ऊपर जाके एने दिन जाओ, खुदा ने लभो, दरख्त थले बैठो एने साल वास्ते। खुदा कहंदा दिल दरवाजा खोल दो जिंदरा, ते मैं तुहाडे अंदर आके दिल दे विच तुहाडे नाल खाना खाऊंगा, तुहाडे विच आऊंगा। जिस तरह तुसी देख के नीतू बेटे ने किस तरह खुदा जिंदगी दी हैगी है, होर भी खुदा दे बेटे बेटियां तब्दीली किस तरह आई हैगी है, चेंज ही कर रही है। ਅਸੀਂ अंधेरे तो रोशनी च रहिंदे आ, ते साडी जिंदगी चेंज ही होनी, साडे बोल चाल, साडा उठना बैठना सारा कुछ चेंज होंदा। बिकॉज़ क्यों? खुदा कहंदा ਅਸੀਂ जग दी रोशनी आ, ਅਸੀਂ जग दी रोशनी हैगी आ। ते शुक्रगुजार आ अज वचन वास्ते। ਤਾਂ मैं दरखास्त करूंगा नीतू बेटी ਨੂੰ भी आ मीटिंग आज क्लोज करे प्रार्थना दे नाल। आमीन। हालेलुया। हालेलुया, 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 हालेलुया। महान पिता परमेश्वर, सर्वशक्तिमान परमेश्वर, मैं तेरा धन्यवाद करदी खुदा बाप जी। यीशु नासरी जी, आज दे वचन दे ਲਈ प्रभु जी ਤੁਹਾਡਾ ਧੰਨਵਾਦ ਕਰਦੀ प्रभु यीशु। जो भी वचन प्रभु जी ਅਸੀਂ ਸੁਣਿਆ खुदा बाप ਸਾਡੇ ਦਿਲ ਦੇ ਵਿੱਚ ਚੋਦਿਆ ਜਾਵੇ ਮੇਰੇ ਪਿਤਾ ਪਰਮੇਸ਼ਵਰ। ਇਸ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਪੂਰਾ ਹੋਵੇ ਮੇਰੇ खुदा बाप जी। ਇਸ ਵਚਨ ਦੇ ਦੁਆਰਾ प्रभु जी ਸਾਡੀ ਜ਼ਿੰਦਗੀ ਬਦਲੇ ਮੇਰੇ खुदा बाप जी। ਜੋ ਵੀ ਜਕੜੇ ਹਨ प्रभु जी ਉਹ ਆਜ਼ਾਦ ਹੋ ਜਾਣ प्रभु, ਜ਼ਿੰਦਗੀਆਂ ਦੇ ਬੰਧਨ ਟੁੱਟਣ ਮੇਰੇ खुदा बाप जी। तेरा धन्यवाद करदे मेरे यीशु नासरी जी पिता परमेश्वर। जो भी भैन भरा प्रभु साडे नाल जुड़े सी पिता परमेश्वर, जो कनैक्शन दी वजह नाल टुट गए खुदा बाप जी, उन्हां सारिआं नूं भी ब्लैस कर मेरे खुदा बाप जी। पिता परमेश्वर इसी तरह तेरे वसीले दे नाल प्रभु जी असीं इकट्ठे हुंदे रहिए और तेरी महिमा, तेरी स्तुति, तेरी प्रशंसा करदे रहिए। यीशु नासरी जी तुसीं वधो ते असीं घटिए मेरे खुदा बाप जी। साडी जिंदगियां दे विच प्रभु जी तुसीं अगवाही करो मेरे खुदा बाप जी। असीं अपना क्रूस चक के तुहाडे पिछे हैं मेरे खुदा बाप जी। तुहाडा धन्नवाद करदे, तुहाडी महिमा, तुहाडी वडियाई करदे हां प्रभु यीशु जी। यीशु नासरी दे नाम दे विच मंग लेनी हां ते पा लेनी हां। आमीन। आमीन। गॉड ब्लेस यू नीतू बेटे। हुण असीं खुदा की सिखाई दुआ दे विच शामिल होवांगे। ए हमारे बाप, तू जो आसमान पर है, तेरा नाम पाक मनाया जाए, तेरी बादशाहत आए, तेरी मर्जी जैसे आसमान पर पूरी होती है जमीन पर भी हो। हमारी रोज की रोटी आज हमें बख्श दे, जिस तरह हमारे कसूर हमारे को माफ करते तू भी साडे कसूर माफ कर। हमें आजमाइश में न पड़ने दे, बल्कि बुराई से बचा, क्योंकि बादशाहत, खुद का जलाल हमेशा तक तेरा ही है। आमीन। खुदा बनी यीशु मसीह के नाम का फजल, खुदा बाप की मोहब्बत, पाक रूह की रफाकत और शफकत अब से लेकर सब ईमानदार के साथ हमेशा तक होती रहे। आमीन। गॉड ब्लेस यू। शुक्रगुजार आ नीतू बेटी वास्ते, ते जिहड़े भी भैन भरा जुड़े हुए से खुदा दा दास सोहेलुद्दीन, खुदा दा दास शफदीन मेदिया, शुक्रगुजार आ। ਅਸੀਂ ਫੇਰ ਮਿਲਾਂਗੇ। गॉड ब्लेस यू एंड टेक केयर। खुदा ਤੁਹਾਡੇ साथ होवे। गॉड ब्लेस यू देन। बाय नीतू बेटे, गॉड ब्लेस यू।